श्लोक महला पहला। सती पाप कर सत कमाहे, गुर देखिया कर मंगन जाहे। इस पावन श्लोक राही गुरुदेव पातशाह जी ने जो गुरु साहब जी ਦੇ ਸਮੇਂ ਵਿੱਚ ਧਾਰਮਿਕ ਲੋਕਾਂ ਦੇ ਅੰਦਰ ਗਿਰਾਵਟ ਸੀ ਉਸ ਦਾ ਜ਼ਿਕਰ ਕਰ ਰਹੇ ਨੇ ਔਰ ਗੁਰਦੇਵ ਪਾਤਸ਼ਾਹ ਸਮਝਾ ਰਹੇ ਨੇ ਕਿ ਕਿਵੇਂ ਲੋਕੀ ਬਾਹਰ ਦੀ ਰਹਿਣੀ ਉੱਤੇ ਜ਼ੋਰ ਦੇ ਰਹੇ ਨੇ ਲੇਕਿਨ ਅੰਦਰ ਜੋ ਹੈ ਸੋਚ ਉਹਦੇ ਅੰਦਰ ਚੇਂਜਿੰਗ ਨਹੀਂ ਹੈ, ਉਹਦੇ ਅੰਦਰ ਸੱਚ ਨਹੀਂ ਹੈ। ਧਰਮ ਦੀ ਜੋ ਅਸਲ ਰਹਿਣੀ ਹੈ, ਸੱਚ, ਨੇਕੀ, ਪਿਆਰ, ਇਧਰ ਉਹਨਾਂ ਦਾ ਧਿਆਨ ਨਹੀਂ ਹੈ। ਗੁਰੂ ਪਾਤਸ਼ਾਹ ਜੀ ਸਾਨੂੰ ਇਸ ਸ਼ਲੋਕ ਰਾਹੀਂ ਸਮਝਾ ਰਹੇ ਨੇ। ਸਤੀ ਪਾਪ ਕਰ ਸਤ ਕਮਾਹੇ। ਇੱਥੇ ਸਤੀ ਦਾ ਮੀਨਿੰਗ ਹੈ ਦਾਨੀ ਤੇ ਸਤ ਕਮਾਹੇ ਦਾ ਮਤਲਬ ਮਾਇਆ ਦੇ ਵਿੱਚੋਂ ਦਾਨ ਦਿੰਦੇ ਨੇ, ਜੋ ਆਪਣਾ ਧਨ ਦੌਲਤ ਕਮਾਈ ਹੁੰਦੀ ਹੈ ਉਹਦੇ ਵਿੱਚੋਂ ਦਾਨ ਦਿੰਦੇ ਨੇ। ਤਾਂ ਬਹੁਤ ਸਾਰੇ ਲੋਕ ਐਸੇ ਨੇ ਜੋ ਦਾਨੀ ਨੇ ਔਰ ਲੋਕਾਂ ਦੇ ਅੰਦਰ ਦਾਨ ਦਿੰਦੇ ਨੇ, ਲੇਕਿਨ ਬਾਹਰੀ ਤੌਰ ਤੇ ਤਾਂ ਦਾਨ ਦੇ ਰਹੇ ਨੇ ਪਰ ਜੋ ਉਹਨਾਂ ਦੀ ਅੰਦਰਲੀ ਸੋਚ ਹੈ ਉਹ ਚੰਗੀ ਨਹੀਂ, ਜੋ ਕਮਾਈ ਦਾ ਸਾਧਨ ਹੈ ਉਹ ਚੰਗਾ ਨਹੀਂ ਹੈ। ਜਿਵੇਂ ਮਲਕ ਭਾਗੋ ਸੀ, 2 ਨੰਬਰ ਦਾ ਧੰਦਾ ਹੈ, ਬੇਗਾਨੇ ਹੱਕ ਖਾਂਦਾ ਹੈ, ਰਿਸ਼ਵਤ ਲੈਂਦਾ ਹੈ ਤੇ ਉਹ ਜਿਹੜੀ ਮਾੜੀ ਕਮਾਈ ਹੈ 2 ਨੰਬਰ ਦੇ ਧੰਦਿਆਂ ਦੇ ਨਾਲ ਇਕੱਠਾ ਕੀਤਾ ਹੋਇਆ ਪੈਸਾ ਹੈ, ਉਹਦੇ ਵਿੱਚੋਂ ਦਾਨ ਪੁੰਨ ਕਰਕੇ ਕੁਝ ਲੋਕਾਂ ਨੂੰ ਭੰਡਾਰੇ ਛਕਾ ਕੇ, ਲੰਗਰ ਪ੍ਰਸ਼ਾਦਾ ਛਕਾ ਕੇ ਤੇ ਬੰਦਾ ਆਪਣੇ ਆਪ ਨੂੰ ਦਾਨੀ ਔਰ ਧਰਮੀ ਸਮਝ ਬੈਂਦਾ ਹੈ ਕਿ ਸ਼ਾਇਦ ਮੈਂ ਅਸਲੀ ਧਰਮੀ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਇਹ ਕੋਈ ਅਸਲਾ ਧਰਮ ਨਹੀਂ ਹੈ। ਅਸਲ ਧਰਮ ਤਾਂ ਹੈ ਨੇਕ ਕਮਾਈ ਕਰਨੀ, ਸੱਚ ਦੀ ਕਮਾਈ ਕਰਨੀ ਔਰ ਉਸ ਦੇ ਵਿੱਚੋਂ ਕਿਸੇ ਦਾ ਸਹਿਯੋਗ ਕਰਨਾ, ਉਹਦੇ ਵਿੱਚੋਂ ਕਿਸੇ ਦੀ ਸੇਵਾ ਕਰਨੀ। ਇਹ ਹਾਲ ਦਾਨੀਆਂ ਦਾ ਸੀ। ਗੁਰ ਦੀਖਿਆ ਕਰ ਦੇਵਨ ਜਾਹੇ। ਦੀਖਿਆ ਦਾ ਮਤਲਬ ਸਿੱਖਿਆ, ਗੁਰ ਜਾਹੇ ਦਾ ਮਤਲਬ ਗੁਰੂ ਜਾਂਦੇ ਨੇ, ਘਰ ਦਾ ਮਤਲਬ ਚੇਲਿਆਂ ਦੇ ਘਰ ਵਿੱਚ। ਤਾਂ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲੇ ਪੈਸੇ ਦੀ ਖਾਤਰ ਚੇਲਿਆਂ ਦੇ ਘਰ ਵਿੱਚ ਸਿੱਖਿਆ ਦੇਣ ਵਾਸਤੇ ਜਾਂਦੇ ਨੇ। ਅਖਵਾ ਰਹੇ ਨੇ ਗੁਰੂ, ਚੇਲਿਆਂ ਦੇ ਘਰ ਵਿੱਚ ਜਾ ਕੇ ਸਿੱਖਿਆ ਦੇ ਰਹੇ ਨੇ ਔਰ ਉਹਦਾ ਮਕਸਦ ਹੈ ਸਿਰਫ ਪੈਸਾ, ਉਹਦਾ ਮਕਸਦ ਹੈ ਸਿਰਫ ਮਾਇਆ ਲੈਣੀ, ਮਾਇਆ ਇਕੱਠੀ ਕਰਨੀ। ਅੰਦਰ ਸੱਚ ਨਹੀਂ ਹੈ ਔਰ ਕਰਮ ਕਾਂਡ ਸਿਖਾ ਰਹੇ ਨੇ। ਇਹ ਹਾਲਾਤ ਉਸ ਸਮੇਂ ਦੀ ਹੈ ਔਰ ਅੱਜ ਵੀ ਐਸੀ ਹਾਲਾਤ ਵੇਖੀ ਜਾ ਸਕਦੀ ਹੈ। ਕਿਸੇ ਵੀ ਸਮੇਂ ਦੇ ਵਿੱਚ ਹੋਵੇ ਜਿੱਥੇ ਇਹ ਵਰਤਾਰਾ ਹੋਏਗਾ ਕਿ ਸਿਰਫ ਪੈਸੇ ਵਾਸਤੇ ਕਰਮ ਕਾਂਡ ਆਦਿਕ ਸਿਖਾ ਦੇਣੇ, ਤਾਂ ਉਹ ਕਦੇ ਵੀ ਠੀਕ ਨਹੀਂ ਹੈ। ਆਪ ਉਸ ਸਿੱਖਿਆ ਦੇ ਉੱਤੇ ਅਮਲ ਨਾ ਕਰਨਾ ਔਰ ਪੈਸੇ ਦੀ ਖਾਤਰ ਸਿੱਖਿਆ ਦੇਣੀ। ਇਸਤਰੀ ਪੁਰਖੈ ਖੱਟਿਐ ਭਾਉ। ਪੁਰਖੈ ਦਾ ਮਤਲਬ, ਪੁਰਖੈ ਭਾਉ ਦਾ ਮਤਲਬ ਪਤੀ ਦੇ ਨਾਲ ਪਿਆਰ। ਇਸਤਰੀ ਜਿਹੜੀ ਹੈ ਅਖਵਾਂਦੀ ਤੇ ਹੈ ਪਤੀਵਰਤਾ। ਇਸਤਰੀ ਪਤੀਵਰਤਾ ਅਖਵਾ ਰਹੀ ਹੈ, ਪਰ ਜੇ ਇਸਤਰੀ ਦਾ ਆਪਣੇ ਪਤੀ ਦੇ ਨਾਲ ਪਿਆਰ ਸਿਰਫ ਤਾਂ ਹੀ ਹੈ ਕਿ ਉਹ ਖੱਟ ਕੇ ਲਿਆਵੇ, ਇਸਤਰੀ ਪੁਰਸ਼ ਦਾ ਜੋ ਪਿਆਰ ਹੈ ਉਹ ਇਹ ਹੀ ਹੈ ਕਿ ਖੱਟੀ ਖੱਟ ਕੇ ਲਿਆਵੇ, ਭਾਵੇਂ ਆਵੋ ਭਾਵੇਂ ਜਾਓ। ਤੇ ਜੇ ਉਹ ਪਤੀ ਖੱਟੀ ਖੱਟ ਕੇ ਨਹੀਂ ਲਿਆਂਦਾ ਤਾਂ ਫਿਰ ਭਾਵੇਂ ਘਰ ਆਵੇ ਤੇ ਭਾਵੇਂ ਘਰੋਂ ਚਲਾ ਜਾਵੇ, ਉਹਦੀ ਉਹ ਪਰਵਾਹ ਨਹੀਂ ਕਰਦੀ। यानी स्त्री पुरखों के तालमेल भी ऐसे ने कि आंतरिक प्यार नहीं है, एक जोत दो मूर्ति वाला जिहड़ा सिद्धांत लागू नहीं। पति पत्नी जी दी सोच एक नहीं, सिर्फ सुखां दा ही या स्वार्थ दा ही प्यार है, तो वो प्यार भी झूठा है। तो गुरु पातशाह जी कहते हैं स्त्री और पुरुष का जिहड़ा प्यार है वो भी इस टाइप का है। तो इत्थे भी फिर प्यार वाली कोई गल नहीं है। शास्त्र वेद न माने कोई। ब्राह्मण जिहड़ा है पुजारी वेद शास्त्र पढ़ता है, वेद शास्त्र पढ़ के दूजियां नूं सुणांदा है, पर जे कोई आप नहीं उन्हां दे उत्ते अमल करदा, अपनी जिंदगी चंगी नहीं जींदा, जिंदगी चंगी नहीं जी रहा, पढ़ रहा है, पढ़ के दूजियां नूं सुणा रहा है, और एक नहीं अनेकां लोग पढ़ रहे ने, अनेकां पुजारी ने। आपो आपे पूजा हुए। आपो आपे पूजा का मतलब आपो अपनी गर्ज की पूजा।
ਤਾਂ ਆਪੋ ਆਪਣੀ ਗਰਜ ਦੀ ਪੂਜਾ ਹੋ ਰਹੀ ਹੈ ਸਭ ਥਾਵਾਂ ਤੇ। ਵੇਦ ਸ਼ਾਸਤਰ ਪੜ੍ਹ ਰਿਹਾ ਹੈ ਬੰਦਾ ਤਾਂ ਉਹਦਾ ਮਕਸਦ ਸਿਰਫ ਪੈਸਾ ਹੈ, ਤੇ ਜੇ ਕੋਈ ਵੇਦ ਸ਼ਾਸਤਰ ਪੜਵਾ ਰਿਹਾ ਹੈ ਤਾਂ ਉਹਦਾ ਮਕਸਦ ਪੈਸਾ ਹੈ। ਤੇ ਜੇ ਕੇਵਲ ਪੈਸਾ ਹੀ ਮਕਸਦ ਹੈ ਔਰ ਚੰਗੀ ਸਿੱਖਿਆ ਦੇ ਉੱਤੇ ਅਮਲ ਨਹੀਂ ਕੀਤਾ ਜਾ ਰਿਹਾ, ਤਾਂ ਉਹ ਐਸੇ ਕਰਮ ਕਰਨ ਵਾਲਾ ਬੰਦਾ ਕਦੇ ਵੀ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ, ਕਿਉਂਕਿ ਉਸ ਦਾ ਮਕਸਦ ਜੋ ਹੈ ਜ਼ਿੰਦਗੀ ਜੀਣ ਦਾ ਉਹ ਉੱਚਾ ਨਹੀਂ ਹੈ, ਮਕਸਦ ਸਚਿਆਰ ਹੋਣਾ ਨਹੀਂ ਹੈ। ਇੱਥੇ ਵੀ ਆਪੋ ਆਪਣੇ ਗਰਜ ਦੀ ਪੂਜਾ ਹੈ, ਆਪੋ ਆਪਣੇ ਸਵਾਰਥ ਦੀ ਪੂਜਾ ਹੈ। ਤਾਂ ਅਸੀਂ ਦੇਖ ਰਹੇ ਹਾਂ ਕਿ ਸਾਰਾ ਕੁਝ ਆਮ ਜੋ ਜਨਤਾ ਹੈ ਉਹ ਸਵਾਰਥ ਦੇ ਉੱਤੇ ਟਿਕੀ ਹੋਈ ਹੈ। ਬੇਸ਼ੱਕ ਸਤੀ ਹੈ, ਦਾਨੀ ਹੈ, ਦਾਨ ਕਰਨ ਵਾਲਾ ਹੈ, ਤਾਂ ਉਹਦਾ ਵੀ ਇਹ ਸਵਾਰਥ ਹੈ ਕਿ ਲੋਕ ਮੈਨੂੰ ਵੱਡਾ ਆਖਣ, ਮੈਨੂੰ ਦਾਨੀ ਕਹਿਣ, ਭਲਾ ਕਹਿਣ। ਗੁਰੂ ਜੀ ਦਾ ਪਾਵਨ ਬਚਨ ਵੀ ਇਹ ਸਤੀਆਂ ਮਨ ਸੰਤੋਖ ਉਪਜੈ, ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਇੱਥੇ ਸਵਾਰਥ ਜੋ ਗੁਰੂ ਸਿੱਖਿਆ ਦੇਣ ਵਾਸਤੇ ਜਾ ਰਿਹਾ ਹੈ ਪਰ ਆਪ ਅਮਲ ਨਹੀਂ ਕਰ ਰਿਹਾ, ਤਾਂ ਉਹ ਵੀ ਤਾਂ ਜਾ ਰਿਹਾ ਹੈ ਕਿ ਉਹਨੂੰ ਉੱਥੋਂ ਕੁਝ ਖੱਟੀ ਹੋ ਰਹੀ ਹੈ, ਸਵਾਰਥ ਕਰਕੇ ਜਾ ਰਿਹਾ ਹੈ। ਤੇ ਜੇ ਜ਼ਿੰਦਗੀ ਦੇ ਅੰਦਰ ਸਵਾਰਥ ਹੈ ਤਾਂ ਫਿਰ ਉਹ ਗੁਰੂ ਅਖਵਾਉਣ ਵਾਲਾ ਕਿਸੇ ਦੂਜੇ ਦਾ ਕੀ ਸਵਾਰੇਗਾ, ਉਹ ਦੇ ਅੰਦਰ ਇਨਸਾਨੀਅਤ ਕਿੱਥੋਂ ਪੈਦਾ ਹੋਏਗੀ, ਜਾਂ ਉਹ ਇਨਸਾਨੀਅਤ ਵਾਸਤੇ ਕੀ ਕੁਰਬਾਨੀ ਕਰ ਸਕੇਗਾ। ਇਸੇ ਤਰ੍ਹਾਂ ਇਸਤਰੀ ਪੁਰਖ ਹੈ ਖੱਟੇ ਭਾਓ, ਕਿ ਇਸਤਰੀ ਦਾ ਪਿਆਰ ਇਸੇ ਕਰਕੇ ਹੈ ਕਿ ਪਤੀ ਖੱਟ ਕੇ ਲਿਆਵੇ, ਤੇ ਜੇ ਖੱਟ ਕੇ ਨਹੀਂ ਲਿਆਂਦਾ ਭਾਵੇਂ ਆਵੋ ਭਾਵੇਂ ਜਾਓ। ਤੇ ਜੇ ਇਸਤਰੀ ਔਰ ਪਤੀ ਦਾ ਪਿਆਰ ਵੀ ਸਵਾਰਥੀ ਹੈ, ਚਾਹੇ ਇਸਤਰੀ ਸਵਾਰਥੀ ਹੈ ਜਾਂ ਪਤੀ ਸਵਾਰਥੀ ਹੈ, ਤੇ ਜੇ ਸਵਾਰਥ ਪੂਰਾ ਨਹੀਂ ਹੋਏਗਾ ਤਾਂ ਉਹਨਾਂ ਦਾ ਰਿਸ਼ਤਾ ਟੁੱਟ ਜਾਏਗਾ। ਇੱਥੇ ਵੀ ਸਵਾਰਥ ਟਿਕਿਆ ਹੈ, ਤੇ ਜਿੱਥੇ ਸਵਾਰਥ ਹੈ ਉੱਥੇ ਕਦੇ ਖੁਸ਼ੀ ਨਹੀਂ ਆ ਸਕਦੀ। ਸ਼ਾਸਤ ਵੇਦ ਨਾ ਮਾਨੇ ਕੋਈ, ਆਪੋ ਆਪੇ ਪੂਜਾ ਹੋਏ। ਹੁਣ ਇੱਥੇ ਸਵਾਰਥ ਟਿਕਿਆ ਹੈ, ਸ਼ਾਸਤਰ ਵੇਦ ਪੜ੍ਹੇ ਤੇ ਜਾ ਰਹੇ ਨੇ ਲੇਕਿਨ ਉਹਨਾਂ ਤੇ ਅਮਲ ਨਹੀਂ ਹੈ, ਆਪੋ ਆਪਣੀ ਗਰਜ ਦੀ ਪੂਜਾ ਹੈ। ਲੋਕ ਧਾਰਮਿਕ ਗ੍ਰੰਥ ਪੜ੍ਹ ਰਹੇ ਨੇ, ਪਾਠ ਪੜ੍ਹ ਰਹੇ ਨੇ, ਪਾਠ ਕਰਾ ਰਹੇ ਨੇ, ਲੇਕਿਨ ਆਪੋ ਆਪਣੀ ਗਰਜ ਦੀ ਪੂਜਾ, ਸੱਚ ਦੇ ਰਾਹ ਦੇ ਉੱਤੇ ਚੱਲ ਕੋਈ ਨਹੀਂ ਰਿਹਾ, ਸਚਿਆਰਤਾ ਵਾਲੀ ਜ਼ਿੰਦਗੀ ਨਹੀਂ ਹੈ। ਕਾਜੀ ਹੋਏ ਕਹਿ ਬਹਿ ਨਿਆਏ, ਨਿਆਏ ਦਾ ਮਤਲਬ ਨਿਆਂ ਕਰਨ ਲਈ। ਗੁਰੂ ਜੀ ਕਹਿੰਦੇ ਨੇ ਜੇ ਕੋਈ ਕਾਜੀ ਹੈ ਔਰ ਉਹ ਦੂਜਿਆਂ ਦਾ ਨਿਆਂ ਕਰਨ ਵਾਸਤੇ ਬੈਠਦਾ ਹੈ, ਕਿਉਂਕਿ ਕਾਜੀ ਨੇ ਨਿਆਂ ਦੇਣਾ ਹੈ, ਜੱਜ ਸੀ ਕਾਜੀ ਉਸ ਵਕਤ, ਤੇ ਕਾਜੀ ਨਿਆਂ ਕਰਨ ਵਾਸਤੇ ਬਹਿੰਦਾ ਹੈ। ਫੇਰੇ ਤਸਬੀਹ ਕਰੇ ਖੁਦਾਏ, ਉਹ ਤਸਬੀਹ ਵੀ ਫੇਰਦਾ ਹੈ, ਮਾਲਾ ਫੇਰਦਾ ਹੈ, ਤੇ ਖੁਦਾ ਖੁਦਾ ਵੀ ਆਖ ਰਿਹਾ ਹੈ। ਬਾਰੀ ਪਹਿਨਾਵਾ ਤੇ ਹੈ, ਬਾਰੀ ਵਿਖਾਵਾ ਇਹ ਹੈ, ਖੁਦਾ ਖੁਦਾ ਵੀ ਕਰ ਰਿਹਾ ਹੈ, ਤਸਬੀਹ ਵੀ ਫੇਰ ਰਿਹਾ ਹੈ, ਨਿਆਂ ਕਰਨ ਲਈ ਵੀ ਬੈਠਾ ਹੈ। ਵੱਡੀ ਲੈ ਕੇ ਹੱਕ ਗਵਾਏ, ਪਰ ਰਿਸ਼ਵਤ ਲੈ ਕੇ ਨਿਆਂ ਕਰਨ ਵੇਲੇ ਵੱਡੀ ਲੈ ਕੇ ਦੂਜੇ ਦਾ ਹੱਕ ਮਾਰਦਾ ਹੈ, ਦੂਜੇ ਦਾ ਹੱਕ ਖਾ ਜਾਂਦਾ ਹੈ, ਕਿਸੇ ਨੂੰ ਨਿਆਂ ਨਹੀਂ ਦਿੰਦਾ। ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਤੇ ਜੇ ਕੋਈ ਪੁੱਛਦਾ ਹੈ ਕਿ ਇਹ ਬੇਨਿਆਈ ਕਿਉਂ ਕੀਤੀ ਹੈ, ਤਾਂ ਫਿਰ ਉਹ ਕੋਈ ਨਾ ਕੋਈ ਮਸਲਾ ਪੜ੍ਹ ਕੇ ਸੁਣਾ ਦਿੰਦਾ ਹੈ, ਕੋਈ ਨਾ ਕੋਈ ਸ਼ਰਅ ਦੀ ਗੱਲ ਪੜ੍ਹ ਕੇ ਸੁਣਾ ਦਿੰਦਾ ਹੈ। ਤਾਂ ਇਹ ਜੀਵਨ ਠੀਕ ਨਹੀਂ ਹੈ ਨਾ ਜੇ ਕੋਈ ਇਸ ਤਰ੍ਹਾਂ ਕਰਦਾ ਹੈ। ਸਾਰੇ ਤਾਂ ਇਸ ਤਰ੍ਹਾਂ ਨਹੀਂ ਕਰਦੇ, ਸਾਰੀ ਦੁਨੀਆ ਕਦੇ ਮਾੜੀ ਨਹੀਂ ਹੁੰਦੀ। ਇਹ ਉਹਨਾਂ ਲੋਕਾਂ ਦੀ ਗੱਲ ਹੈ ਜੋ ਐਸੀ ਜ਼ਿੰਦਗੀ ਜੀ ਰਹੇ ਨੇ, ਚਾਹੇ ਉਹ ਕਾਜੀ ਹੈ, ਬ੍ਰਾਹਮਣ ਹੈ, ਜਾਂ ਭਾਈ ਗ੍ਰੰਥੀ ਹੈ, ਜਾਂ ਕੋਈ ਆਮ ਜਨਤਾ ਹੈ, ਜਾਂ ਕੋਈ ਰਾਜਨੀਤਿਕ ਲੀਡਰ ਹੈ, ਕੋਈ ਵੀ ਹੈ ਜਿਹੜਾ ਵੀ ਦੋਗਲੀ ਕਿਸਮ ਦੀ ਜ਼ਿੰਦਗੀ ਜੀ ਰਿਹਾ ਹੈ, ਤਾਂ ਉਹ ਕਦੇ ਵੀ ਖੁਦਾ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ। ਔਰ ਐਸੀ ਜ਼ਿੰਦਗੀ ਜੀਣ ਦੇ ਨਾਲ ਕਦੇ ਵੀ ਸੰਸਾਰ ਦੇ ਅੰਦਰ ਸ਼ਾਂਤੀ ਨਹੀਂ ਆ ਸਕਦੀ, ਕਦੇ ਸਮਾਜ ਦਾ ਭਲਾ ਨਹੀਂ ਹੋ ਸਕਦਾ, ਕਦੇ ਮਨੁੱਖ ਦੇ ਅੰਦਰ ਮਨੁੱਖਤਾ ਦਾ ਵਿਕਾਸ ਨਹੀਂ ਹੋ ਸਕਦਾ, ਔਰ ਕਦੇ ਵੀ ਵਿਗਾਸਤਾ ਵਾਲੀ ਜ਼ਿੰਦਗੀ ਨਹੀਂ ਜੀ ਸਕਦਾ। ਤਾਂ ਇਹ ਉਸ ਵਕਤ ਦੇ ਕਾਜ਼ੀ ਦਾ ਹਾਲ ਹੈ। ਤੁਰਕ ਮੰਤਰ ਕੰਨ ਹਿਰਦੈ ਸਮਾਹੇ, ਸਮਾਹੇ। ਤੁਰਕ ਮੰਤਰ ਦਾ ਮਤਲਬ ਵਿਦੇਸ਼ੀ ਤੁਰਕਾਂ ਦਾ ਮੰਤਰ, ਭਾਵ ਇਸਲਾਮੀ ਕਲਮਾ ਯਾਨੀ ਹੁਕਮ। ਤੁਰਕ ਮੰਤਰ ਦਾ ਮਤਲਬ ਤੁਰਕ ਹਾਕਮਾਂ ਦਾ ਹੁਕਮ। ਕੰਨ ਕੰਨ ਵਿੱਚ, ਹਿਰਦੇ ਦਾ ਮਤਲਬ ਹਿਰਦੇ ਵਿੱਚ, ਸਮਾਹੇ ਦਾ ਮਤਲਬ ਟਿਕਾ ਕੇ ਰੱਖਦੇ ਨੇ। ਜਿਹੜੇ ਉਸ ਵਕਤ ਦੇ ਹਿੰਦੁਸਤਾਨ ਦੇ ਹਿੰਦੂ ਆਗੂ ਨੇ, ਹੁਣ ਉਹਨਾਂ ਦਾ ਹਾਲ ਦੱਸ ਰਹੇ ਨੇ ਕਿ ਆਪਣੇ ਕੰਨ ਔਰ ਹਿਰਦੇ ਵਿੱਚ ਤਾਂ ਤੁਰਕ ਹਾਕਮਾਂ ਦਾ ਹੁਕਮ ਟਿਕਾਈ ਰੱਖਦੇ ਨੇ, ਭਾਵ ਉਹਨਾਂ ਦੀ ਗੁਲਾਮੀ ਸਵੀਕਾਰ ਕੀਤੀ ਹੋਈ ਹੈ, ਉਹਨਾਂ ਦਾ ਹੁਕਮ ਮੰਨ ਰਹੇ ਨੇ। ਲੋਕ ਮੁਹਾਵੇ ਚਾੜੀ ਖਾਹੇ, ਤੇ ਬਾਹਰੋਂ ਆਪਣੇ ਆਪ ਨੂੰ ਹਿੰਦੂ ਵੀ ਅਖਵਾ ਰਹੇ ਨੇ।
ਧਰਮੀ ਵੀ ਅਖਵਾਰੇ ਨੇ। ਲੋਕ ਮੁਹਾਵੇਂ ਦਾ ਮਤਲਬ ਲੁਟਾਉਂਦੇ ਨੇ, ਚਾੜੀ ਖਾਹੇ ਦਾ ਮਤਲਬ ਚੁਗਲੀ ਕਰਦੇ ਨੇ, ਲੋਕਾਂ ਨੂੰ ਲੁਟਾਉਂਦੇ ਨੇ, ਉਹਨਾਂ ਦੀ ਚੁਗਲੀ ਹਾਕਮਾਂ ਪਾਸ ਕਰਦੇ ਨੇ। ਭਾਵ ਕਿ ਜੋ ਉਹਨਾਂ ਦੇ ਆਪਣੇ ਹੀ ਲੋਕ ਨੇ, ਉਹਨਾਂ ਦੀ ਚੁਗਲੀ ਹਾਕਮਾਂ ਦੇ ਕੋਲ ਕਰਕੇ ਉਹਨਾਂ ਨੂੰ ਕੈਦ ਕਰਾ ਰਹੇ ਨੇ, ਜਾਂ ਉਹਨਾਂ ਨੂੰ ਜੁਰਮਾਨੇ ਲਵਾ ਰਹੇ ਨੇ, ਜਾਂ ਸਜ਼ਾਵਾਂ ਦਵਾ ਰਹੇ ਨੇ, ਤੇ ਆਪਣੇ ਆਪ ਨੂੰ ਧਰਮੀ ਵੀ ਕਹਿ ਰਹੇ ਨੇ ਔਰ ਆਪਣੇ ਆਪ ਨੂੰ ਵੱਡੇ ਵੀ ਅਖਵਾ ਰਹੇ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਗੁਲਾਮੀ ਬਿਰਤੀ ਹੈ, ਆਪ ਗੁਲਾਮ ਨੇ ਔਰ ਆਪ ਗੁਲਾਮ ਹੁੰਦੇ ਹੋਏ ਦੂਜੇ ਆਪਣੇ ਲੋਕਾਂ ਦੀ ਚੁਗਲੀਆਂ ਕਰਕੇ ਉਹਨਾਂ ਨੂੰ ਫਸਾ ਰਹੇ ਨੇ ਔਰ ਫੜਾ ਰਹੇ ਨੇ। ਇਹ ਉਸ ਟਾਈਮ ਦੀ ਹਾਲਾਤ ਸੀ। ਅੱਜ ਵੀ ਅਸੀਂ ਦੇਖਦੇ ਹਾਂ ਬਹੁਤ ਸਾਰੇ ਐਸੇ ਟਾਊਟ ਹੁੰਦੇ ਨੇ ਜੋ ਆਪ ਬੜੇ ਕਰਪਟ ਲੋਕ ਹੁੰਦੇ ਨੇ ਤੇ ਉਹ ਦੂਜਿਆਂ ਲੋਕਾਂ ਨੂੰ ਐਵੇਂ ਹੀ ਕਿਤੇ ਨਾ ਕਿਤੇ ਫਸਾਈ ਰੱਖਣਗੇ। ਤਾਂ ਐਸੀ ਜ਼ਿੰਦਗੀ ਜੀਣੀ ਕਦੇ ਵੀ ਠੀਕ ਨਹੀਂ ਹੈ। ਗੁਰੂ ਪਾਤਸ਼ਾਹ ਜੀ ਉਸ ਸਮੇਂ ਵੀ ਇਹਨਾਂ ਚੀਜ਼ਾਂ ਦੇ ਵਿਰੋਧ ਦੇ ਅੰਦਰ ਬੋਲ ਰਹੇ ਨੇ। ਉਦੋਂ ਵੀ ਇਹ ਗੱਲਾਂ ਇੰਨੀਆਂ ਹੀ ਸਾਰਥਕ ਸਨ ਔਰ ਅੱਜ ਵੀ ਇਹ ਗੱਲਾਂ ਇੰਨੀਆਂ ਹੀ ਸਾਰਥਕ ਨੇ। ਚੌਕਾ ਦੇ ਕੇ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਕੋਈ ਹੀ ਹਿੰਦੂ ਹੋਵੇਗਾ ਜਿਹੜਾ ਚੌਕਾ ਦੇ ਕੇ ਫਿਰ ਆਪ ਅੰਦਰੋਂ ਵੀ ਸੁੱਚਾ ਹੋਵੇ। ਚੌਕਾ ਦੇ ਕੇ ਸੁੱਚਾ ਹੋਏ। ਹੁਣ ਬਾਹਰੋਂ ਤਾਂ ਚੌਕਾ ਦੇ ਲਿਆ ਹੈ, ਗਊ ਦੇ ਗੋਹੇ ਦਾ ਲੇਪਨ ਕਰ ਲਿਆ ਔਰ ਵੇਦ ਮੰਤਰ ਆਦਿਕ ਪੜ੍ਹ ਕੇ ਚੌਂਕਾ ਸੁੱਚਾ ਕਰ ਲਿਆ, ਭੋਜਨ ਸੁੱਚਾ ਬਣਾ ਲਿਆ, ਚੌਂਕਾ ਸੁੱਚਾ ਕਰ ਲਿਆ। ਲੇਕਿਨ ਚੌਂਕਾ ਸੁੱਚਾ ਕਰਨ ਦੇ ਨਾਲ ਸੋਚ ਤਾਂ ਸੱਚੀ ਨਹੀਂ ਨਾ ਹੋ ਗਈ। ਤਾਂ ਗੁਰੂ ਜੀ ਕਹਿੰਦੇ ਨੇ ਐਸਾ ਕੋਈ ਹਿੰਦੂ ਵੇਖੋ ਕਿ ਜਿਸਨੇ ਚੌਂਕਾ ਤੇ ਦਿੱਤਾ ਹੈ ਲੇਕਿਨ ਅੰਦਰੋਂ ਵੀ ਸੁੱਚਾ ਹੋਵੇ। ਫਿਰ ਤਾਂ ਗੱਲ ਠੀਕ ਹੈ। ਪਰ ਜੇ ਬਾਹਰੋਂ ਤੇ ਬੰਦਾ ਬੜਾ ਪਵਿੱਤਰ ਹੈ, ਚੌਂਕਾ ਸੁੱਚਾ ਹੈ, ਪਰ ਜੇ ਬੰਦਾ ਅੰਦਰੋਂ ਗਲਤ ਹੈ, ਸੋਚ ਮਾੜੀ ਹੈ, ਸੋਚ ਭੈੜੀ ਹੈ, ਤਾਂ ਉਹਨੂੰ ਧਰਮੀ ਨਹੀਂ ਕਿਹਾ ਜਾ ਸਕਦਾ, ਚਾਹੇ ਉਹ ਕਿਸੇ ਵੀ ਧਰਮ ਵਰਗ ਦੇ ਵਿੱਚ ਹੋਵੇ। ਚੌਕਾ ਦੇ ਕੇ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਈ, ਐਸਾ ਕੋਈ ਹਿੰਦੂ ਵੇਖੋ, ਐਸਾ ਕੋਈ ਹਿੰਦੂ ਭਾਲੋ ਕਿ ਜਿਹੜਾ ਚੌਂਕਾ ਦੇਣ ਤੋਂ ਬਾਅਦ ਅੰਦਰੋਂ ਵੀ ਸੁੱਚਾ ਹੋਵੇ। ਤਾਂ ਗੁਰੂ ਜੀ ਸਾਨੂੰ ਇਹ ਸਮਝਾ ਰਹੇ ਹਨ ਕਿ ਕੇਵਲ ਜੋ ਬਾਹਰ ਦੀ ਸਾਫ਼ ਸਫਾਈ ਸੁਚਮਤਾ ਹੈ, ਇਹਦਾ ਉਦੋਂ ਤੱਕ ਕੋਈ ਲਾਭ ਨਹੀਂ ਹੈ ਜਦੋਂ ਤੱਕ ਬੰਦਾ ਅੰਦਰੋਂ ਇਨਸਾਨ ਨਹੀਂ। ਰੱਬ ਦੇ ਨਾਲ ਬੰਦਾ ਤਾਂ ਜੁੜ ਪਾਏਗਾ, ਧਰਮੀ ਬੰਦਾ ਤਾਂ ਹੋ ਪਾਏਗਾ ਜੇ ਅੰਦਰੋਂ ਸਾਫ਼ ਹੈ, ਜੇ ਅੰਦਰੋਂ ਨੀਅਤ ਸਾਫ਼ ਹੈ। ਬਾਹਰ ਦੀ ਸਾਫ਼ ਸਫਾਈ ਸਾਨੂੰ ਚਾਹੀਦੀ ਹੈ। ਬਾਹਰ ਦੀ ਸਫਾਈ ਜਿਹੜੀ ਹੈ ਸਾਨੂੰ ਰੋਗਾਂ ਤੋਂ ਬਚਾਉਂਦੀ ਹੈ, ਬਿਮਾਰੀਆਂ ਤੋਂ ਬਚਾਉਂਦੀ ਹੈ, ਤੇ ਸਫਾਈ ਬਹੁਤ ਜ਼ਰੂਰੀ ਹੈ। ਪਰ ਜੇ ਇਸ ਸਫਾਈ ਨੂੰ ਕੋਈ ਧਰਮ ਸਮਝ ਲਵੇ ਕਿ ਬਾਹਰੋਂ ਤੇ ਸਾਫ਼ ਸਫਾਈ ਰੱਖੇ, ਅੰਦਰ ਨੀਅਤ ਖੋਟੀ ਹੋਵੇ, ਕਰੈਕਟਰਲੈਸ ਹੋਵੇ, ਬੰਦਾ ਝੂਠ ਬੋਲਦਾ ਹੋਵੇ, ਈਰਖਾ ਕਰਦਾ ਹੋਵੇ, ਲੱਭ ਲੋਭ ਦੇ ਵਿੱਚ ਫਸਿਆ ਹੋਵੇ, ਤਾਂ ਉਹਨੂੰ ਕਦੀ ਧਰਮੀ ਨਹੀਂ ਕਿਹਾ ਜਾ ਸਕਦਾ। ਇਹਨੂੰ ਰੱਬ ਦੀ ਪ੍ਰਾਪਤੀ ਦਾ ਸਾਧਨ, ਇਸ ਪਵਿੱਤਰਤਾ ਨੂੰ, ਸੁਚਮਤਾ ਨੂੰ ਨਹੀਂ ਮੰਨਿਆ ਜਾ ਸਕਦਾ। ਇਹ ਕੰਡੀਸ਼ਨ ਹੈ ਲੋਕਾਂ ਦੀ। ਇਹ ਹਾਲਾਤ ਸੀ ਉਦੋਂ ਵੀ ਔਰ ਅੱਜ ਵੀ ਬਹੁਤੇ ਲੋਕਾਂ ਦੀ ਹਾਲਾਤ ਐਸੀ ਹੈ। ਜੋਗੀ ਗਿਰਹੀ ਜਟਾ ਵਿਭੂਤ। ਜੋਗੀ ਦਾ ਮਤਲਬ ਜੋਗੀ, ਗਿਰਹੀ ਦਾ ਮਤਲਬ ਗ੍ਰਸਤੀ, ਜਟਾ ਦਾ ਮਤਲਬ ਜਟਾਵਾਂ, ਵਿਭੂਤ ਦਾ ਮਤਲਬ ਸਵਾ। ਜੋਗੀ ਨੇ ਜਟਾਂ ਰੱਖੀਆਂ ਹੋਈਆਂ ਨੇ ਔਰ ਸਵਾ ਵੀ ਮਲੀ ਹੋਈ ਹੈ। ਆਗੇ ਪਾਛੇ ਰੋਵੇ ਪੂਤ, ਪਰ ਹੈ ਉਹ ਗ੍ਰਸਤੀ ਤੇ ਅੱਗੇ ਪਿੱਛੇ ਉਹਦੇ ਅਨਾਣੇ ਰੋਂਦੇ ਫਿਰਦੇ ਨੇ। ਕੋਈ ਗ੍ਰਸਤੀ ਜੋਗੀ ਬਣ ਗਿਆ, ਜਟਾਂ ਰੱਖ ਲੀਆਂ ਨੇ ਔਰ ਸਿਰ ਦੇ ਵਿੱਚ ਰਾਖ ਵੀ ਪਾ ਲਈ ਹੈ, ਪਰ ਅੱਗੇ ਪਿੱਛੇ ਅਨਾਣੇ ਰੋਂਦੇ ਫਿਰਦੇ ਨੇ। ਤਾਂ ਉਹਨੂੰ ਰੱਬ ਦਾ ਪਿਆਰਾ ਥੋੜੀ ਕਿਹਾ ਜਾ ਸਕਦਾ ਹੈ ਜੋ ਆਪਣੇ ਹੀ ਪਰਿਵਾਰ ਨੂੰ ਨਹੀਂ ਪਾਲ ਰਿਹਾ, ਜੋ ਆਪਣੇ ਜੀਵਨ ਦੀ ਸਹੀ ਕਿਰਤ ਨਹੀਂ ਕਰ ਰਿਹਾ। ਤਾਂ ਇਹਨੂੰ ਕਦੇ ਵੀ ਧਰਮ ਨਹੀਂ ਕਿਹਾ ਜਾ ਸਕਦਾ ਕਿ ਗ੍ਰਸਤ ਨੂੰ ਛੱਡ ਜਾਏ ਜਾਂ ਗ੍ਰਸਤੀ ਹੁੰਦਾ ਹੋਇਆ ਜੋਗੀ ਬਣ ਕੇ ਫਿਰਦਾ ਰਹੇ ਔਰ ਆਪਣੇ ਫਰਜ਼ਾਂ ਨੂੰ ਪੂਰਿਆ ਨਾ ਕਰੇ। ਨਾ ਤਾਂ ਆਪਣੇ ਮਾਂ-ਬਾਪ ਨੂੰ ਸੰਭਾਲੇ, ਨਾ ਆਪਣੇ ਬੱਚਿਆਂ ਨੂੰ ਸੰਭਾਲੇ, ਨਾ ਭੈਣ ਭਰਾਵਾਂ ਦੀ ਸੇਵਾ ਕਰੇ, ਨਾ ਹੀ ਉਸ ਸਮਾਜ ਦੇ ਫਰਜ਼ਾਂ ਨੂੰ ਪੂਰਿਆ ਕਰੇ, ਸਗੋਂ ਸਮਾਜ ਦੇ ਉੱਤੇ ਵਜਨ ਬਣ ਜਾਏ, ਲੋਕਾਂ ਦੇ ਹੱਕ ਖਾਏ, ਲੋਕਾਂ ਦੇ ਉੱਤੇ ਭਾਰ ਬਣ ਜਾਏ, ਤਾਂ ਉਹਨੂੰ ਕਦੇ ਵੀ ਰੱਬ ਦਾ ਪਿਆਰਾ ਨਹੀਂ ਕਿਹਾ ਜਾ ਸਕਦਾ। ਔਰ ਇਹ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਕਿ ਸ਼ਾਇਦ ਗ੍ਰਸਤ ਨੂੰ ਤਿਆਗ ਕੇ ਤੇ ਅਸੀਂ ਰੱਬ ਦੇ ਪਿਆਰੇ ਹੋ ਗਏ ਹਾਂ,
ਜਾਂ ਅਸੀਂ ਰੱਬ ਦੇ ਭਗਤ ਹੋ ਗਏ ਹਾਂ, ਜਾਂ ਅਸੀਂ ਬਹੁਤ ਵੱਡੀ ਭਗਤੀ ਔਰ ਬੰਦਗੀ ਕਰ ਰਹੇ ਹਾਂ। ਇਹ ਬਹੁਤ ਵੱਡੀ ਇੱਕ ਭੁੱਲ ਹੈ, ਔਰ ਇਸ ਭੁੱਲ ਦੇ ਅੰਦਰ ਬਹੁਤ ਲੋਕ ਭਟਕੇ ਹੋਏ ਨੇ। ਅਸਲ ਦੇ ਅੰਦਰ ਰੱਬ ਦੀ ਭਗਤੀ ਹੈ ਹੀ ਰੱਬ ਦੀ ਰਜ਼ਾ ਦੇ ਵਿੱਚ ਤੁਰਨਾ। ਰੱਬ ਦੀ ਭਗਤੀ ਹੈ ਹੀ ਰੱਬੀ ਗੁਣਾਂ ਦੇ ਧਾਰਨੀ ਹੋਣਾ। ਧਰਮ ਹੈ ਹੀ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ। ਤੇ ਗੁਰੂ ਪਾਤਸ਼ਾਹ ਜੀ ਨੇ ਤੇ ਸਾਨੂੰ ਸਗੋਂ ਸਮਝਾਇਆ ਹੈ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਕਿ ਜਿਹੜਾ ਗ੍ਰਸਤ ਨੂੰ ਛੱਡ ਗਿਆ ਨਾ, ਜੋ ਆਪਣੇ ਆਪ ਨੂੰ ਗ੍ਰਸਤ ਨੂੰ ਛੱਡ ਕੇ ਧਰਮੀ ਅਖਵਾਰਿਆ ਹੈ, ਅਸਲ ਦੇ ਅੰਦਰ ਉਹ ਆਪਦਾ ਦਾ ਮਾਰਿਆ ਹੋਇਆ ਹੈ ਤੇ ਗ੍ਰਸਤ ਨੂੰ ਛੱਡ ਕੇ ਨਸਿਆ ਹੋਇਆ ਹੈ। ਆਪਣੇ ਫਰਜ਼ ਪੂਰੇ ਕਰਨ ਤੋਂ ਅਸਮਰਥ ਹੈ ਤੇ ਉਹ ਆਪਣੇ ਆਪ ਨੂੰ ਧਰਮੀ ਸਮਝ ਰਿਹਾ ਹੈ। ਇਹ ਕਦੇ ਵੀ ਇਹਨੂੰ ਧਰਮੀ ਨਹੀਂ ਕਿਹਾ ਜਾ ਸਕਦਾ। ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਜੋਗ ਨਾ ਪਾਇਆ, ਜੋਗ ਦਾ ਮਤਲਬ ਇੱਥੇ ਰੱਬ ਦੇ ਨਾਲ ਜੁੜਨਾ, ਨਾ ਤੇ ਰੱਬ ਦੇ ਨਾਲ ਜੁੜਨਾ ਹੀ ਮਿਲਿਆ। ਜੁਗਤ ਗਵਾਈ ਦਾ ਮਤਲਬ ਜੋ ਜੀਵਨ ਦੀ ਜੁਗਤ ਸੀ ਉਹ ਵੀ ਗਵਾ ਬੈਠਾ, ਨਾ ਰੱਬ ਦੇ ਨਾਲ ਮਿਲਣਾ ਮਿਲਿਆ, ਔਰ ਜੋ ਜੀਵਨ ਦੀ ਜੁਗਤ ਸੀ, ਜੋ ਜੀਵਨ ਦਾ ਅਸਲ ਢੰਗ ਸੀ, ਉਹ ਵੀ ਗਵਾ ਬੈਠਾ। ਜੇ ਤਾਂ ਸੰਸਾਰ ਛੱਡ ਕੇ, ਫਰਜ਼ ਛੱਡ ਕੇ, ਕਿਰਤ ਛੱਡ ਕੇ, ਸਿਰ ਵਿੱਚ ਰਾਖ ਪਾ ਕੇ, ਜਟਾਵਾਂ ਪਾ ਕੇ, ਬਣਾ ਕੇ, ਜਾਂ ਹੋਰ ਆਪਣੇ ਪਹਿਨਾਵੇ ਪਹਿਨ ਕੇ ਰੱਬ ਮਿਲ ਜਾਂਦਾ, ਬੰਦਾ ਰੱਬ ਵਰਗਾ ਹੋ ਜਾਂਦਾ, ਤਾਂ ਵੀ ਮੰਨ ਲਿਆ ਜਾਂਦਾ ਕਿ ਕੋਈ ਪ੍ਰਾਪਤੀ ਤਾਂ ਹੋਈ। ਐਵੇਂ ਤੇ ਰੱਬ ਮਿਲਦਾ ਨਹੀਂ, ਨਾ ਤਾਂ ਰੱਬ ਮਿਲਿਆ, ਨਾ ਬੰਦਾ ਰੱਬ ਦੇ ਵਿੱਚ ਅਪੇਧ ਹੋਇਆ, ਨਾ ਰੱਬ ਵਰਗਾ ਬਣਿਆ। ਤੇ ਜੁਗਤ ਗਵਾਈ ਦਾ ਮਤਲਬ ਜਿਹੜੀ ਅਸਲੀ ਜੀਵਨ ਦੀ ਜੁਗਤ ਸੀ ਉਹ ਵੀ ਗਵਾ ਬੈਠਾ, ਉਹ ਛੱਡ ਦਿੱਤੀ। ਅਸਲੀ ਜ਼ਿੰਦਗੀ ਸੀ ਘਰ ਗ੍ਰਸਤ ਵਿੱਚ ਰਹਿੰਦਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਦਾ, ਇਮਾਨਦਾਰੀ ਦੀ ਕਿਰਤ ਕਮਾਈ ਕਰਦਾ, ਆਪਣੇ ਜੀਵਨ ਨੂੰ ਪਾਲਦਾ, ਆਪਣੇ ਬੱਚਿਆਂ ਨੂੰ ਪਾਲਦਾ, ਭੈਣ ਭਰਾਵਾਂ ਦੇ ਫਰਜ਼ਾਂ ਨੂੰ ਨਿਭਾਉਂਦਾ, ਇਸ ਸੰਸਾਰ ਔਰ ਸਮਾਜ ਵਾਸਤੇ ਕੁਝ ਕਰਦਾ। ਅਸਲੀ ਜ਼ਿੰਦਗੀ ਤੇ ਇਹ ਸੀ ਕਿ ਸਮਾਜ ਵਿੱਚ ਰਹਿੰਦਾ, ਵਿਕਾਰਾਂ ਤੋਂ ਨਿਰਲੇਪ ਰਹਿੰਦਾ। ਇਹ ਜ਼ਿੰਦਗੀ ਵੀ ਗਵਾ ਲਈ ਔਰ ਪ੍ਰਭੂ ਦਾ ਮਿਲਾਪ ਵੀ ਨਾ ਹੋਇਆ। ਕਿਤ ਕਾਰਨ ਸਿਰ ਛਾਈ ਪਾਈ, ਛਾਈ ਦਾ ਮਤਲਬ ਸਵਾਹ। ਫਿਰ ਸਿਰ ਦੇ ਵਿੱਚ ਸਵਾਹ ਕਾਹਦੇ ਲਈ ਪਾਈ? ਸਵਾਹ ਪਾਣ ਦਾ ਲਾਭ ਕੀ ਆਇਆ? ਜੰਗਲਾਂ ਵਿੱਚ ਜਾਣ ਦਾ ਲਾਭ ਕੀ ਆਇਆ? ਜਟਾਵਾਂ ਵਧਾਉਣ ਦਾ ਲਾਭ ਕੀ ਆਇਆ? ਕੁਛ ਮਿਲਿਆ? ਕੁਛ ਵੀ ਨਾ ਮਿਲਿਆ। ਤਾਂ ਐਵੇਂ ਹੀ ਫਿਰ ਸਵਾਹ ਪਾ ਕੇ ਫਿਰੀ ਜਾਣਾ, ਐਵੇਂ ਹੀ ਸੰਸਾਰ ਨੂੰ ਛੱਡ ਕੇ ਫਿਰੀ ਜਾਣਾ, ਇਹਦਾ ਕੋਈ ਲਾਭ ਨਹੀਂ ਹੈ। ਗੁਰੂ ਜੀ ਕਹਿ ਰਹੇ ਨੇ ਇਹ ਬਨਾਵਟੀ ਜ਼ਿੰਦਗੀ ਹੈ। ਨਾਨਕ ਕਲ ਕਾ ਇਹ ਪ੍ਰਵਾਨ, ਪ੍ਰਵਾਨ ਦਾ ਮਤਲਬ ਹੈ ਮਾਪ, ਪ੍ਰਭਾਵ। ਕਲ ਦਾ ਮਤਲਬ ਕਲ ਕਲੇਸ਼ ਵਾਲੀ ਜੋ ਜ਼ਿੰਦਗੀ ਹੈ, ਇਹ ਸੰਸਾਰ ਦੇ ਵਿੱਚ ਜੈਸੀ ਜ਼ਿੰਦਗੀ ਆਮ ਲੋਕ ਜੀ ਰਹੇ ਨੇ, ਕਿ ਕਲਯੁਗੀ ਪ੍ਰਭਾਵ ਜਿਹੜਾ ਹੈ, ਇਹ ਮਾੜੀ ਸੋਚ ਵਾਲਾ ਜਿਹੜਾ ਪ੍ਰਭਾਵ ਹੈ, ਇਹ ਸਾਰਾ ਕਲਯੁਗੀ ਪ੍ਰਭਾਵ ਹੀ ਹੈ ਨਾ ਬੰਦੇ ਦੀ ਸੋਚ ਉੱਤੇ। ਜੇ ਬੰਦੇ ਦੀ ਸੋਚ ਵਿਸ਼ਾਲ ਹੁੰਦੀ ਤਾਂ ਮਨੁੱਖ ਐਸੀ ਦੋਗਲੀ ਜ਼ਿੰਦਗੀ ਕਦੇ ਵੀ ਨਾ ਜਿੰਦਾ। ਜੇ ਬੰਦੇ ਦੀ ਸੋਚ ਇਨਸਾਨੀਅਤ ਵਾਲੀ ਹੁੰਦੀ ਤਾਂ ਬੰਦੇ ਨੇ ਅੰਦਰੋਂ ਬਾਹਰੋਂ ਸੱਚੇ ਹੋਣਾ ਸੀ, ਮਨ ਬਚਨ ਔਰ ਕਰਮ ਕਰਕੇ ਸੱਚੇ ਹੋਣਾ ਸੀ। ਗੱਲ ਤਾਂ ਸੋਚ ਦੀ ਹੈ, ਤੇ ਇਹ ਸੋਚ ਦਾ ਹੀ ਪ੍ਰਭਾਵ ਹੈ ਕਿ ਅੰਦਰੋਂ ਹੋਰ ਤੇ ਬਾਹਰੋਂ ਹੋਰ ਠੱਗੀਆਂ ਮਾਰਨੀਆਂ ਬੰਦੇ ਦੀ ਸੋਚ ਹੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਸੰਸਾਰ ਦਾ ਜਿਹੜਾ ਮਾਪ ਤੋਲ ਹੈ, ਪੈਮਾਨਾ ਹੈ, ਉਹ ਇਹ ਬਣਿਆ ਹੋਇਆ ਹੈ ਕਿ ਆਪੇ ਆਖਣ ਆਪੇ ਜਾਣ। ਆਖਣ ਦਾ ਮਤਲਬ ਆਖਣ ਵਾਲਾ, ਕਿਉਂਕਿ ਆਖਣ ਦੇ ਨਾਣੇ ਥੱਲੇ ਔਂਕੜ ਹੈ, ਇਹ ਇਕਵਚਨੀ ਸ਼ਬਦ ਹੈ। ਜੇ ਜਾਣ ਦਾ ਮਤਲਬ ਨਾਣੇ ਨਾਲ ਹੁੰਦੀ ਨਾ ਸਿਹਾਰੀ, ਤਾਂ ਉਹਦਾ ਮਤਲਬ ਹੁੰਦਾ ਹੋਣਾ ਸੀ ਜਾਣੇ, ਜਾਣਨਾ ਜਾਂ ਜਾਣ। ਇੱਥੇ ਜਾਣ ਜਿਹੜਾ ਹੈ ਕਰਤਾ ਕਰਕੇ ਇਕਵਚਨ, ਜਾਣਨ ਵਾਲਾ, ਆਖਣ ਵਾਲਾ। ਆਪੇ ਆਖਣ ਆਪੇ ਜਾਣ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਲਯੁਗੀ ਪ੍ਰਭਾਵ ਕਾਰਨ ਬੰਦਾ ਆਪ ਹੀ ਚੌਧਰੀ ਹੈ। ਆਪੇ ਆਖਣ, ਆਪ ਹੀ ਆਖਣ ਵਾਲਾ ਹੈ, ਆਪ ਹੀ ਚੌਧਰੀ ਬਣਿਆ ਹੋਇਆ ਹੈ, ਆਪ ਹੀ ਆਪਣਾ ਮਜ਼ਹਬ ਤੈਅ ਕਰ ਲਿਆ ਹੈ, ਆਪਣਾ ਫਿਰਕਾ ਤੈਅ ਕਰ ਲਿਆ ਹੈ, ਜਾਂ ਕੋਈ ਕਰਮ ਤੈਅ ਕਰ ਲਿਆ ਨੇ, ਰੂਪ ਤੈਅ ਕਰ ਲਿਆ। ਆਪੇ ਜਾਣ ਤੇ ਆਪੇ ਹੀ ਜਾਣਨ ਵਾਲਾ ਹੈ, ਮਤਲਬ ਆਪ ਹੀ ਆਪਣੀਆਂ ਵਡਿਆਈਆਂ ਕਰਨ ਵਾਲਾ ਹੈ। ਆਖਣ ਵਾਲਾ ਔਰ ਜਾਣਨ ਵਾਲਾ, ਵਡਿਆਈ ਕਰਨ ਵਾਲਾ ਆਪ ਹੀ ਬਣਿਆ ਪਿਆ ਹੈ। ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ, ਮਾਵਾਂ ਧੀਆਂ ਸੀਰਾ ਰਿੱਧਾ ਮਿੱਠਾ ਪੈਣਾ ਮਿੱਠਾ।
ਮਾਵਾਂ ਧੀਆਂ ਨੇ ਸੀਰਾ ਬਣਾ ਕੇ ਬੜਾ ਸਵਾਦ ਹੈ, ਭਾਵੇਂ ਬੇਸਵਾਦ ਹੀ ਹੋਵੇ, ਇੱਕ ਦੂਜੇ ਦੀ ਸਿਫਤ ਕਰੀ ਜਾ ਰਹੀਆਂ ਨੇ। ਆਪ ਹੀ ਆਖੀ ਜਾ ਰਿਹਾ ਹੈ, ਆਪ ਹੀ ਆਪਣੇ ਆਪ ਨੂੰ ਸਹੀ ਸਾਬਤ ਕਰ ਰਿਹਾ ਹੈ। ਇਹ ਪੈਮਾਨਾ ਹੈ ਲੋਕਾਂ ਦਾ, ਤਾਂ ਇਹ ਪੈਮਾਨਾ ਨਹੀਂ ਹੋਣਾ ਚਾਹੀਦਾ। ਅਸਲ ਦੇ ਵਿੱਚ ਇਹ ਗੱਲ ਹੈ, ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਪੈਮਾਨਾ ਚੰਗਾ ਨਿਸ਼ਚਿਤ ਕਰੋ ਨਾ, ਜਿਹੜਾ ਯੂਨੀਵਰਸਲ ਟਰੁੱਥ ਹੋਵੇ, ਜੋ ਪੂਰੀ ਦੁਨੀਆ ਦੇ ਉੱਤੇ ਲਾਗੂ ਹੁੰਦਾ ਹੋਵੇ, ਹਰ ਇਨਸਾਨ ਤੇ ਲਾਗੂ ਹੋ ਸਕਦਾ ਹੋਵੇ, ਹਰ ਸਮੇਂ ਲਾਗੂ ਹੋ ਸਕਦਾ ਹੋਵੇ। ਪੈਮਾਨਾ ਉਹ ਚਾਹੀਦਾ ਹੈ। ਆਪ ਹੀ ਨਾ ਆਪਣੇ ਮਤ ਨੂੰ ਸਿੱਧ ਕਰੀ ਜਾਓ ਕਿ ਮੈਂ ਠੀਕ ਹਾਂ, ਮੇਰਾ ਮਾਰਗ ਠੀਕ ਹੈ। ਔਰ ਐਸੇ ਜੋ ਲੋਕ ਨੇ ਉਹ ਆਪ ਤਾਂ ਭਟਕੇ ਹੋਏ ਨੇ, ਉਹਨਾਂ ਨੇ ਇਸ ਸੰਸਾਰ ਔਰ ਸਮਾਜ ਦਾ ਬਹੁਤ ਨੁਕਸਾਨ ਕੀਤਾ ਹੈ। ਦੇਖੋ, ਜਿੰਨੇ ਵੀ ਆ ਧਾਰਮਿਕ ਝਗੜੇ ਹੁੰਦੇ ਨੇ, ਧਰਮ ਦੇ ਨਾਮ ਤੇ ਕਤਲ ਹੁੰਦੇ ਨੇ, ਰੱਬ ਦੇ ਨਾਮ ਤੇ ਕਤਲ ਹੁੰਦੇ ਨੇ, ਧਰਮ ਦੇ ਨਾਮ ਤੇ ਰੱਬ ਦੇ ਨਾਮ ਤੇ ਲੜਾਈ ਦੰਗੇ ਫਸਾਦ ਹੁੰਦੇ ਨੇ, ਇਹ ਸਾਰੇ ਉਹ ਲੋਕ ਕਰਵਾ ਰਹੇ ਨੇ ਜੋ ਆਪ ਧਰਮੀ ਨਹੀਂ ਹਨ, ਧਰਮ ਦੀ ਜੋ ਗਲਤ ਵਿਆਖਿਆ ਕਰ ਰਹੇ ਨੇ, ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਧਰਮ ਸਮਝ ਲਿਆ ਹੈ, ਬਾਹਰੀ ਵਿਖਾਵੇ ਨੂੰ। ਜਦੋਂ ਸਿਰਫ ਬਾਹਰੀ ਵਿਖਾਵੇ ਨੂੰ ਧਰਮ ਸਮਝ ਲਿਆ ਜਾਂਦਾ ਹੈ ਨਾ, ਉਦੋਂ ਜ਼ਿੰਦਗੀ ਵਿੱਚ ਐਸੀਆਂ ਪ੍ਰੋਬਲਮਸ ਆਉਂਦੀਆਂ ਨੇ। ਤੇ ਜਿਨ੍ਹਾਂ ਦੀ ਗਿਣਤੀ ਕੀਤੀ ਹੈ ਸਾਰੇ ਸ਼ਬਦ ਵਿੱਚ, ਜੇ ਸਾਰੇ ਲੋਕ ਸਚਿਆਰ ਹੋਣ ਨੂੰ ਆਪਣਾ ਧਰਮ ਬਣਾ ਲੈਣ, ਪੂਰੀ ਦੁਨੀਆ ਦੇ ਲੋਕ, ਕਿ ਮਨ ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਹੈ, ਤਾਂ ਫਿਰ ਦੁਨੀਆ ਦੇ ਅੰਦਰ ਕੋਈ ਪ੍ਰੋਬਲਮ ਨਹੀਂ ਆਏਗੀ। ਤਾਂ ਗੁਰੂ ਜੀ ਕਹਿੰਦੇ ਨੇ ਇਹ ਲੋਕਾਂ ਦਾ ਮਾਪ ਤੋਲ ਹੈ ਕਿ ਆਪ ਹੀ ਚੌਧਰੀ ਬਣੇ ਨੇ ਤੇ ਆਪ ਹੀ ਆਪਣੀ ਵਡਿਆਈ ਕਰ ਰਹੇ ਨੇ। ਇਸ ਲਈ ਮਾਪ ਤੋਲ ਇਹ ਨਹੀਂ ਹੋਣਾ ਚਾਹੀਦਾ। ਜੋ ਮਾਪ ਤੋਲ ਹੈ ਉਹ ਹੋਣਾ ਚਾਹੀਦਾ ਹੈ ਬ੍ਰਹਿਮੰਡੀ ਸੱਚ, ਯੂਨੀਵਰਸਲ ਟਰੁੱਥ। ਜਿਹੜੇ ਸਿਧਾਂਤ ਸਰਬਦੇਸ਼ੀ ਹੋਣ, ਸਰਬਕਾਲੀ ਹੋਣ, ਸਰਬ ਸਾਂਝੇ ਹੋਣ, ਉਹ ਸਿਧਾਂਤ, ਉਹ ਬਚਨ, ਉਹ ਜੀਵਨ ਜੋ ਹਰ ਇਨਸਾਨ ਤੇ ਹਰ ਥਾਂ ਤੇ ਹਰ ਸਮੇਂ ਲਾਗੂ ਹੋ ਸਕਦਾ ਹੋਵੇ, ਉਹ ਸੱਚ ਨੂੰ ਅਪਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਅਸੀਂ ਵੀ ਜੋ ਗੁਰਬਾਣੀ ਦੇ ਅਰਥ ਕਰਦੇ ਹਾਂ ਨਾ, ਸਾਨੂੰ ਵੀ ਇਹ ਪੈਮਾਨਾ ਅਪਣਾਉਣਾ ਚਾਹੀਦਾ ਹੈ ਕਿ ਜੋ ਸਾਡੇ ਕੀਤੇ ਹੋਏ ਅਰਥ ਨੇ, ਜਾਂ ਜੋ ਅਸੀਂ ਪੜ੍ਹ ਰਹੇ ਹਾਂ, ਜੋ ਕਰ ਰਹੇ ਹਾਂ, ਉਹ ਘੱਟ ਤੋਂ ਘੱਟ ਮੂਲ ਮੰਤਰ ਦੇ ਉੱਤੇ ਪੂਰੇ ਉਤਰਨੇ ਚਾਹੀਦੇ ਨੇ। ਜੇ ਸਾਡੇ ਕੀਤੇ ਹੋਏ ਅਰਥ ਮੂਲ ਮੰਤਰ ਤੇ ਹੀ ਪੂਰੇ ਨਹੀਂ ਉਤਰਦੇ, ਤਾਂ ਇਹਦਾ ਮਤਲਬ ਜੋ ਮੈਂ ਅਰਥ ਕਰ ਰਿਹਾ ਹਾਂ ਉਹ ਮੇਰੇ ਕੀਤੇ ਹੋਏ ਅਰਥ ਗਲਤ ਨੇ। ਪੈਮਾਨਾ ਇਹ ਚਾਹੀਦਾ ਹੈ, ਸਾਡੀ ਜ਼ਿੰਦਗੀ ਦਾ ਪੈਮਾਨਾ ਇਹ ਚਾਹੀਦਾ ਹੈ ਕਿ ਜੋ ਮੈਂ ਜ਼ਿੰਦਗੀ ਜੀ ਰਿਹਾ ਹਾਂ, ਜੋ ਮੈਂ ਬੋਲ ਰਿਹਾ ਹਾਂ, ਜੋ ਮੈਂ ਬਿਹੇਵੀਅਰ ਕਰ ਰਿਹਾ ਹਾਂ, ਕਿ ਇਹ ਸੱਚਾ ਹੈ, ਕਿ ਐਸਾ ਬਿਹੇਵੀਅਰ ਜੇ ਕੋਈ ਮੇਰੇ ਨਾਲ ਕਰੇ ਤਾਂ ਉਹ ਠੀਕ ਹੈ, ਕਿ ਮੈਂ ਅੰਦਰੋਂ ਬਾਹਰੋਂ ਸੱਚਾ ਹਾਂ। ਹਰ ਧਰਮ ਵਰਗ ਦੇ ਇਨਸਾਨ ਨੂੰ ਇਹ ਪੈਮਾਨਾ ਅਪਣਾਉਣਾ ਚਾਹੀਦਾ ਹੈ ਆਪਣੇ ਜੀਵਨ ਨੂੰ ਪਰਖਣ ਲਈ। ਮਹਿਲਾ ਪਹਿਲਾ, ਹਿੰਦੂ ਕੈ ਘਰ ਹਿੰਦੂ ਆਵੇ। ਇੱਥੇ ਪਹਿਲਾ ਸ਼ਬਦ ਹਿੰਦੂ ਹੈ, ਜੋ ਹਿੰਦੂ ਵੀਰਾਂ ਵਾਸਤੇ ਹੈ, ਜਿਵੇਂ ਖੱਤਰੀ ਆਦਿਕ ਨੇ ਜਾਂ ਹੋਰ ਲੋਕ ਨੇ। ਦੂਜੇ ਹਿੰਦੂ ਦਾ ਮਤਲਬ ਇੱਥੇ ਹੈ ਬ੍ਰਾਹਮਣ। ਹਿੰਦੂ ਆਵੇ ਦਾ ਮਤਲਬ ਬ੍ਰਾਹਮਣ ਆਉਂਦਾ ਹੈ। ਕਿਸੇ ਖੱਤਰੀ ਆਦਿਕ ਹਿੰਦੂ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਹੈ। ਹਿੰਦੂ ਕੈ ਘਰ ਹਿੰਦੂ ਆਵੇ। ਕਿਸੇ ਖੱਤਰੀ ਆਦਿਕ ਹਿੰਦੂ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਹੈ, ਕਿਉਂਕਿ ਬ੍ਰਾਹਮਣ ਸ਼ੂਦਰ ਦੇ ਘਰ ਵਿੱਚ ਤਾਂ ਜਾਂਦਾ ਨਹੀਂ। ਸ਼ੂਦਰ ਨੂੰ ਜਨੇਊ ਪਾਉਣ ਦਾ ਅਧਿਕਾਰ ਹੀ ਨਹੀਂ ਹੈ ਉਹਨਾਂ ਦੇ ਧਰਮ ਮੁਤਾਬਕ। ਤਾਂ ਹਿੰਦੂ ਕੈ ਘਰ ਹਿੰਦੂ ਆਵੇ, ਕਿਸੇ ਖੱਤਰੀ ਆਦਿਕ ਹਿੰਦੂ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਹੈ ਤੇ ਆ ਕੇ ਕੀ ਕਰਦਾ ਹੈ, ਸੂਤ ਜਨੇਊ ਪੜ ਗੱਲ ਪਾਵੇ। ਪੜ ਦਾ ਮਤਲਬ ਪੜ ਕੇ, ਮੰਤਰ ਪੜ ਕੇ, ਜੋ ਵੀ ਉਹਨਾਂ ਦੀ ਰਸਮ ਰਿਵਾਜ ਨੇ, ਜਨੇਊ ਪਾਣ ਲੱਗਿਆ ਜੋ ਵੀ ਵੇਦ ਮੰਤਰ ਪੜ੍ਹੇ ਜਾਂਦੇ ਨੇ, ਤਾਂ ਬ੍ਰਾਹਮਣ ਆ ਕੇ ਵੇਦ ਮੰਤਰ ਆਦਿਕ ਪੜ੍ਹ ਕੇ ਖੱਤਰੀ ਦੇ ਗਲ ਵਿੱਚ ਧਾਗਾ ਪਾ ਦਿੰਦਾ ਹੈ, ਜਨੇਊ ਪਾ ਦਿੰਦਾ ਹੈ। ਸੂਤ ਜਨੇਊ ਪੜ ਗਲ ਪਾਵੇ, ਗਲ ਦੇ ਅੰਦਰ ਜਨੇਊ ਪਾ ਦਿੰਦਾ ਹੈ। ਸੂਤ ਪਾਏ ਕਰੇ ਬੁਰਾਈ। ਹੁਣ ਬ੍ਰਾਹਮਣ ਨੇ ਵੀ ਕਹਿ ਦਿੱਤਾ ਕਿ ਤੂੰ ਜਨੇਊ ਪਾ ਲਿਆ ਹੈ, ਤੂੰ ਹੁਣ ਧਰਮੀ ਹੋ ਗਿਆ ਹੈ, ਧਰਮ ਦੇ ਵਿੱਚ ਤੇਰਾ ਪ੍ਰਵੇਸ਼ ਹੋ ਗਿਆ ਹੈ, ਕਿਉਂਕਿ ਉਹਨਾਂ ਦੇ ਨਿਯਮ ਮੁਤਾਬਕ ਧਰਮ ਵਿੱਚ ਪ੍ਰਵੇਸ਼ ਕਰਨ ਲਈ ਜਨੇਊ ਜ਼ਰੂਰੀ ਹੈ। ਬ੍ਰਾਹਮਣ ਨੇ ਜਨੇਊ ਪਾ ਦਿੱਤਾ, ਕਹਿ ਦਿੱਤਾ ਕਿ ਤੂੰ ਧਰਮ ਵਿੱਚ ਪ੍ਰਵੇਸ਼ ਕਰ ਗਿਆ ਹੈ। ਤੇ ਜਿਸ ਨੇ ਜਨੇਊ ਪਾਇਆ ਉਹਨੇ ਵੀ ਮੰਨ ਲਿਆ ਕਿ ਮੈਂ ਧਰਮ ਵਿੱਚ ਪ੍ਰਵੇਸ਼ ਕਰ ਗਿਆ, ਹੁਣ ਜਨੇਊ ਪਾ ਲਿਆ, ਆਪਣੇ ਆਪ ਨੂੰ ਧਰਮੀ ਸਮਝ ਲਿਆ। ਪਰ ਗੁਰੂ ਜੀ ਕਹਿੰਦੇ ਨੇ ਸੂਤ ਪਾਏ ਕਰੇ ਬੁਰਾਈ।
ਪਰ ਜਨੇਊ ਪਾ ਕੇ ਵੀ ਮੰਦ ਕਰਮ ਕਰੀ ਜਾਂਦਾ ਹੈ। ਜਨੇਊ ਪਾ ਕੇ ਜੇ ਉਹ ਬੰਦਾ ਬੁਰਾਈਆਂ ਕਰਦਾ ਹੈ, ਜਨੇਊ ਪਾਉਣ ਤੋਂ ਬਾਅਦ ਵੀ ਜੇ ਕੋਈ ਬੰਦਾ ਰਿਸ਼ਵਤ ਲੈ, ਚੋਰੀ ਕਰੇ, ਜਾਤੀਵਾਦ ਨੂੰ ਮੰਨੇ, ਮੇਰ ਤੇਰ ਦੇ ਵਿਤਕਰੇ ਉਹਦੇ ਵਿੱਚ ਹੋਣ, ਈਰਖਾ ਹੋਵੇ, ਧੋਖਾ ਕਰੇ ਜਾਂ ਆਚਰਨਹੀਣ ਹੋਵੇ, ਤਾਂ ਗੁਰੂ ਜੀ ਕਹਿੰਦੇ ਨੇ ਨਾਤਾ ਧੋਤਾ ਥਾਏ ਨਾ ਪਾਈ। ਇੱਥੇ ਨਾਤਾ ਨਹੀਂ ਪੜਨਾ, ਨੰਨੇ ਥੱਲੇ ਅੱਧਾ ਹਾਹ ਲਾ ਕੇ ਨਾਤਾ, ਨਾਤਾ ਧੋਤਾ ਥਾਏ ਨਾ ਪਾਈ। ਥਾਏ ਨਾ ਪਾਈ ਦਾ ਮਤਲਬ ਕਬੂਲ ਨਹੀਂ ਹੁੰਦਾ। ਹੁਣ ਜਨੇਊ ਵੀ ਪਾ ਲਿਆ, ਨਹਾ ਧੋ ਲਿਆ, ਇਸ਼ਨਾਨ ਪਾਨ ਕਰ ਲਿਆ, ਬਾਹਰਲਾ ਮਤਲਬ ਸੁਚਮਤਾ ਬਣਾ ਲਈ, ਪਰ ਬੁਰਾਈਆਂ ਅੰਦਰੋਂ ਨਹੀਂ ਗਈਆਂ, ਤਾਂ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਕੱਲੇ ਜਨੇਊ ਪਾਨ ਦੇ ਨਾਲ ਕੋਈ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੋ ਜਾਂਦਾ। ਹਿੰਦੂ ਦੇ ਘਰ ਵਿੱਚ ਬ੍ਰਾਹਮਣ ਆਇਆ, ਉਹਨੇ ਮੰਤਰ ਆਦਿਕ ਪੜ੍ਹ ਕੇ ਜਨੇਊ ਪਾ ਦਿੱਤਾ, ਤੇ ਜੇ ਜਨੇਊ ਪਵਾਉਣ ਵਾਲਾ ਇਨਸਾਨ ਫਿਰ ਵੀ ਬੁਰਾਈਆਂ ਕਰਦਾ ਹੈ, ਈਰਖਾ ਦਵੇਸ਼ ਵੈਰ ਵਿਰੋਧ ਕਰਦਾ ਹੈ, ਬਾਹਰੋਂ ਸੁਚਮਤਾ ਰੱਖਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਰੱਬ ਦੇ ਦਰ ਤੇ ਉਹ ਪ੍ਰਵਾਨ ਨਹੀਂ ਹੋਏਗਾ। ਦੇਖੋ ਗੱਲ ਇੱਥੇ ਜਨੇਊ ਵਾਲੇ ਦੀ ਕਰ ਰਹੇ ਨੇ, ਪਰ ਇਹ ਗੱਲ ਸਰਬ ਸਾਂਝੀ, ਇਹ ਸਾਰਿਆਂ ਤੇ ਲਾਗੂ ਹੁੰਦੀ ਹੈ, ਮੁਸਲਮਾਨਾਂ ਤੇ ਵੀ, ਸਿੱਖਾਂ ਤੇ ਵੀ, ਜੈਨੀਆਂ ਬੋਧੀਆਂ ਤੇ ਵੀ, ਕਿ ਜੇ ਕੋਈ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਹੈ, ਬਾਹਰੋਂ ਬੜਾ ਸੁੱਚਾ ਸਮਝਦਾ ਹੈ, ਪਰ ਅੰਦਰ ਜੇ ਬੁਰਾਈਆਂ ਨੇ, ਤਾਂ ਰੱਬ ਦੇ ਦਰ ਤੇ ਨਹੀਂ ਪ੍ਰਵਾਨ ਹੋਏਗਾ। ਮੁਸਲਮਾਨ ਕਰੇ ਵਡਿਆਈ। ਹੁਣ ਮੁਸਲਮਾਨ ਵੀਰ ਦੀ ਗੱਲ ਕਰਦੇ ਨੇ ਕਿ ਜੇ ਕੋਈ ਮੁਸਲਮਾਨ ਮਨੁੱਖ ਹੈ, ਆਪਣੇ ਦੀਨ ਦੀ ਵਡਿਆਈ ਕਰਦਾ ਹੈ, ਤਾਂ ਉਹਦਾ ਹੱਕ ਹੈ, ਉਹਦਾ ਫਰਜ਼ ਹੈ, ਕਰ ਰਿਹਾ ਹੈ। ਮੁਸਲਮਾਨ ਆਪਣੇ ਦੀਨ ਦੀ ਵਡਿਆਈ ਕਰਦਾ ਹੈ, ਪਰ ਗੁਰੂ ਜੀ ਕਹਿੰਦੇ ਨੇ ਵਿਣ ਗੁਰ ਪੀਰੈ ਕੋ ਥਾਏ ਨਾ ਪਾਈ। ਥਾਏ ਨਾ ਪਾਈ ਦਾ ਮਤਲਬ ਕਬੂਲ ਨਹੀਂ ਹੁੰਦਾ। ਹੁਣ ਧਰਮ ਦੀ ਵਡਿਆਈ ਤੇ ਕਰ ਰਿਹਾ ਹੈ, ਪਰ ਜੇ ਉਹ ਗੁਰੂ ਪੀਰ ਦੇ ਹੁਕਮ ਵਿੱਚ ਨਹੀਂ ਤੁਰਦਾ, ਜੋ ਉਹਦੇ ਪੈਗੰਬਰ ਨੇ ਕਿਹਾ ਹੈ ਉਹਦੇ ਹੁਕਮ ਵਿੱਚ ਨਹੀਂ ਤੁਰਦਾ, ਤਾਂ ਥਾਏ ਨਾ ਪਾਈ, ਤਾਂ ਉਹ ਰੱਬ ਦੇ ਦਰ ਤੇ, ਖੁਦਾ ਦੇ ਦਰ ਤੇ ਕਬੂਲ ਨਹੀਂ ਹੋਏਗਾ। ਸਿਰਫ ਵਡਿਆਈਆਂ ਕਰਨ ਦੇ ਨਾਲ, ਬਾਹਰੋਂ ਕਹੀ ਜਾਣ ਦੇ ਨਾਲ ਥੋੜਾ ਉਹ ਰੱਬ ਦੇ ਦਰ ਤੇ ਕਬੂਲ ਹੋ ਜਾਏਗਾ। ਕੋਈ ਬੰਦਾ ਆਪਣੇ ਧਰਮ ਦੀਆਂ ਵਡਿਆਈਆਂ ਕਰੀ ਜਾਏ, ਇਹ ਉਹਦਾ ਹੱਕ ਹੈ, ਕਰੇ ਵਡਿਆਈਆਂ, ਲੇਕਿਨ ਸਿਰਫ ਗੱਲਾਂ ਕਰ ਰਿਹਾ ਹੋਵੇ ਧਰਮ ਦੀਆਂ, ਉਹਨਾਂ ਗੱਲਾਂ ਤੇ ਆਪ ਅਮਲ ਨਾ ਕਰਦਾ ਹੋਵੇ, ਅੰਦਰ ਇਨਸਾਨੀਅਤ ਨਾ ਹੋਵੇ, ਅੰਦਰ ਮੇਰ ਤੇਰ ਦੇ ਵਿਤਕਰੇ ਟਿਕੇ ਹੋਣ, ਆਮ ਬੰਦੇ ਦੀ ਤਰ੍ਹਾਂ ਅੰਦਰ ਬੁਰਾਈਆਂ ਹੋਣ, ਤਾਂ ਕੀ ਉਹ ਬੰਦਾ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਏਗਾ? ਵਿਣ ਗੁਰ ਪੀਰੈ ਕੋ ਥਾਏ ਨਾ ਪਾਈ, ਰਾਹ ਦਸਾਏ ਉਥੇ ਕੋ ਜਾਏ। ਰਾਹ ਦਸਾਏ, ਦਸਾਏ ਦਾ ਮਤਲਬ ਪੁੱਛਦਾ ਹੈ, ਕੋ ਦਾ ਮਤਲਬ ਕੋਈ ਵਿਰਲਾ, ਰਾਹ ਦਸਾਏ ਦਾ ਮਤਲਬ ਬਹਿਸ਼ਤ ਦਾ ਰਾਸਤਾ ਹਰ ਕੋਈ ਪੁੱਛਦਾ ਹੈ। ਬਹਿਸ਼ਤ, ਕਿਉਂਕਿ ਇਸਲਾਮ ਵਾਲੇ ਜੋ ਲੋਕ ਨੇ, ਮੁਸਲਮਾਨ ਨੇ, ਉਹ ਮਰਨ ਤੋਂ ਬਾਅਦ ਨਰਕ ਔਰ ਸਵਰਗ ਦੇ ਰੂਪ ਵਿੱਚ, ਜਿਵੇਂ ਹਿੰਦੂ ਨਰਕ ਸਵਰਗ ਮੰਨਦੇ ਨੇ, ਉਹ ਜੰਨਤ ਔਰ ਬਹਿਸ਼ਤ ਔਰ ਦੋਜ਼ਖ ਮੰਨਦੇ ਨੇ, ਯਾਨੀ ਜੰਨਤ ਔਰ ਦੋਜ਼ਖ ਮੰਨਦੇ ਨੇ, ਕਿ ਜਿਨ੍ਹਾਂ ਨੇ ਇਸਲਾਮ ਦੇ ਉੱਤੇ ਈਮਾਨ ਲਿਆਂਦਾ ਹੋਏਗਾ ਉਹ ਬਹਿਸ਼ਤ ਵਿੱਚ, ਜੰਨਤ ਵਿੱਚ ਜਾਣਗੇ, ਤੇ ਬਾਕੀ ਜੋ ਲੋਕ ਨੇ ਦੋਜ਼ਖ ਵਿੱਚ। ਤਾਂ ਗੁਰੂ ਜੀ ਕਹਿੰਦੇ ਨੇ ਜੰਨਤ ਦਾ ਰਾਸਤਾ ਤਾਂ ਹਰ ਕੋਈ ਬੰਦਾ ਪੁੱਛਦਾ ਹੈ, ਉਥੇ ਕੋ ਜਾਏ, ਪਰ ਉਸ ਰਾਹ ਦੇ ਉੱਤੇ ਤੁਰਦਾ ਕੋਈ ਵਿਰਲਾ ਹੈ, ਤੁਰਦਾ ਕੋਈ ਵਿਰਲਾ ਹੈ, ਯਾਨੀ ਉਸ ਰਾਹ ਦੇ ਉੱਤੇ ਤੁਰਦਾ ਵਿਰਲਾ ਹੈ ਕੋਈ। ਰਾਹ ਦਸਾਏ ਉਥੇ ਕੋ ਜਾਏ, ਕਰਨੀ ਬਾਝੋਂ ਪਿਸਤ ਨਾ ਪਾਏ। ਇੱਥੇ ਪਿਸਤ ਦਾ ਮਤਲਬ ਹੈ ਬਹਿਸ਼ਤ, ਕਰਨੀ ਦਾ ਮਤਲਬ ਚੰਗਾ ਆਚਰਣ। ਜੇ ਹੁਣ ਕਿਸੇ ਬੰਦੇ ਦੇ ਨੇਕ ਚਾਲ ਚਲਨ ਨਹੀਂ, ਨੇਕ ਕਰਮ ਨਹੀਂ, ਚੰਗਾ ਆਚਰਣ ਨਹੀਂ, ਤਾਂ ਚੰਗੇ ਆਚਰਣ ਤੋਂ ਬਿਨਾਂ ਕਿਸੇ ਨੂੰ ਬਹਿਸ਼ਤ ਨਹੀਂ ਮਿਲਦੀ, ਕਿਸੇ ਨੂੰ ਸਵਰਗ ਨਹੀਂ ਮਿਲਦਾ, ਕਿਸੇ ਨੂੰ ਸੁੱਖ ਨਹੀਂ ਮਿਲਦਾ, ਕੋਈ ਖੁਦਾ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ ਕਿ ਕੋਈ ਬਹਿਸ਼ਤ ਦੀਆਂ ਗੱਲਾਂ ਤੇ ਕਰੀ ਜਾਏ, ਲੇਕਿਨ ਅਮਲ ਚੰਗੇ ਨਾ ਹੋਣ, ਕਰਮ ਚੰਗੇ ਨਾ ਹੋਣ, ਆਚਰਣ ਚੰਗਾ ਨਾ ਹੋਵੇ, ਤਾਂ ਸਿਰਫ ਰਾਹ ਪੁੱਛਣ ਦੇ ਨਾਲ ਕੋਈ ਬਹਿਸ਼ਤ ਵਿੱਚ ਨਹੀਂ ਪਹੁੰਚ ਜਾਂਦਾ। ਯਾਨੀ ਆਚਰਣ ਦੀ ਮਹਾਨਤਾ ਹੈ, ਜੀਵਨ ਦੀ ਮਹਾਨਤਾ ਹੈ, ਸੋਚ ਦੀ ਮਹਾਨਤਾ ਹੈ, ਬਿਹੇਵੀਅਰ ਦੀ ਮਹਾਨਤਾ ਹੈ, ਚਾਹੇ ਉਹ ਕਿਸੇ ਵੀ ਧਰਮ ਵਰਗ ਦਾ ਬੰਦਾ ਹੈ। ਜੇ ਸੱਚ ਦੇ ਨਾਲ ਇਨਸਾਨ ਨਹੀਂ ਜੁੜਿਆ, ਤਾਂ ਉਹ ਕਦੇ ਵੀ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੈ, ਕਦੇ ਵੀ ਉਹ ਇਨਸਾਨੀਅਤ ਦੀ ਗਿਣਤੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ।
ਜੋਗੀ ਕਹਿ ਕਰ ਜੁਗਤ ਦਸਾਈ। ਦਸਾਈ ਦਾ ਮਤਲਬ ਪੁੱਛਦਾ ਹੈ। ਹੁਣ ਅੱਗੇ ਜੋਗੀ ਨੂੰ ਲੈ ਰਹੇ ਨੇ ਕਿ ਜੇ ਕੋਈ ਜੋਗੀ ਦੇ ਡੇਰੇ ਤੇ ਜਾਏ ਔਰ ਮਨੁੱਖ ਜੋਗ ਦੀ ਜੁਗਤ ਪੁੱਛੇ, ਜੋਗੀ ਕਹਿ ਕਰ ਜੁਗਤ ਦਸਾਈ, ਜੋਗੀ ਦੇ ਘਰ ਵਿੱਚ ਗਿਆ, ਜੋਗੀ ਦੇ ਡੇਰੇ ਤੇ ਗਿਆ ਔਰ ਉਹਦੇ ਤੋਂ ਜੁਗਤ ਪੁੱਛਦਾ ਹੈ, ਜੋਗ ਦੀ, ਜੀਵਨ ਦੀ, ਰੱਬ ਦੇ ਮਿਲਾਪ ਦੀ, ਉੱਥੋਂ ਜਾ ਕੇ ਜੁਗਤੀ ਪੁੱਛਦਾ ਹੈ। ਤਿਤ ਕਾਰਨ ਕੰਨ ਮੁੰਦਰਾ ਪਾਈ। ਤਿਤ ਕਾਰਨ ਦਾ ਮਤਲਬ ਉਸ ਜੁਗਤ ਦੀ ਖਾਤਰ ਜਿਹੜੀ ਉਹਨੇ ਜੁਗਤ ਦੱਸੀ ਕਿ ਜੋਗ ਦੀ ਜੁਗਤ ਹੈ ਵੀ ਸੱਜਣਾ ਕੰਨਾਂ ਵਿੱਚ ਮੁੰਦਰਾ ਪਾਣੀਆਂ ਪੈਣੀਆਂ ਨੇ, ਜਟਾਵਾਂ ਵਧਾਣੀਆਂ ਹੋਣਗੀਆਂ, ਸਿਰ ਵਿੱਚ ਰਾਖ ਪਾਣੀ ਪਵੇਗੀ, ਹੱਥ ਵਿੱਚ ਚਿੱਪੀ ਫੜਨੀ ਹੋਵੇਗੀ, ਸਿੰਗੀ ਵਜਾਣੀ ਹੋਵੇਗੀ, ਡੰਡਾ ਫੜਨਾ ਹੋਵੇਗਾ, ਸਮਾਧੀ ਲਾਣੀ ਹੋਵੇਗੀ, ਜਾਂ ਜੋ ਵੀ ਉਹਨਾਂ ਦੀ ਜੁਗਤ ਹੈ, ਜਿਹੜਾ ਵੀ ਉਹਨਾਂ ਦੇ ਜੀਵਨ ਦਾ ਢੰਗ ਹੈ। ਤਿਤ ਕਾਰਨ ਕੰਨ ਮੁੰਦਰਾ ਪਾਈ, ਤੇ ਉਸ ਜੋਗ ਦੀ ਖਾਤਰ ਕਿਸੇ ਬੰਦੇ ਨੇ ਕੰਨ ਵਿੱਚ ਮੁੰਦਰਾ ਵੀ ਪਾ ਲਈਆਂ। ਜੋਗੀ ਦੇ ਘਰ ਵਿੱਚ ਜਾ ਕੇ ਜੁਗਤੀ ਪੁੱਛੀ, ਜਿਹੜੀ ਉਹਨੇ ਜੁਗਤੀ ਦੱਸੀ ਉਸ ਜੁਗਤੀ ਵਾਸਤੇ ਕੰਨ ਦੇ ਅੰਦਰ ਮੁੰਦਰਾ ਪਾ ਲਈਆਂ। ਮੁੰਦਰਾ ਪਾਏ ਫਿਰੈ ਸੰਸਾਰ, ਤੇ ਕੰਨਾਂ ਦੇ ਵਿੱਚ ਮੁੰਦਰਾ ਪਾ ਕੇ ਸੰਸਾਰ ਦੇ ਚੱਕਰ ਲਾਂਦਾ ਫਿਰਦਾ ਹੈ। ਗ੍ਰਸਤ ਛੱਡ ਦਿੱਤਾ ਔਰ ਗ੍ਰਸਤ ਛੱਡ ਕੇ ਸੰਸਾਰ ਵਿੱਚ ਚੱਕਰ ਲਾ ਰਿਹਾ ਹੈ, ਜੰਗਲਾਂ ਵਿੱਚ ਫਿਰ ਰਿਹਾ ਹੈ, ਤੀਰਥਾਂ ਤੇ ਨਹਾ ਰਿਹਾ ਹੈ, ਬਾਹਰ ਵਿਚਰ ਰਿਹਾ ਹੈ। ਕੰਨਾਂ ਵਿੱਚ ਮੁੰਦਰਾ ਪਾ ਲਈਆਂ, ਜਟਾਵਾਂ ਵਧਾ ਲਈਆਂ, ਸ਼ੀਸ਼ ਵਿੱਚ ਰਾਖ ਪਾ ਲਈ, ਉਸ ਜੁਗਤੀ ਨੂੰ ਅਪਣਾ ਲਿਆ, ਘਰ ਨੂੰ ਵੀ ਛੱਡ ਦਿੱਤਾ, ਸੰਸਾਰ ਵਿੱਚ ਵੀ ਫਿਰ ਰਿਹਾ ਹੈ। ਜਿੱਥੇ ਕਿੱਥੇ ਸਿਰਜਣਹਾਰ, ਪਰ ਗੁਰੂ ਜੀ ਕਹਿੰਦੇ ਨੇ ਇਹਦਾ ਫਾਇਦਾ ਕੀ ਹੋਇਆ? ਜਿੱਥੇ ਕਿੱਥੇ ਦਾ ਮਤਲਬ ਰੱਬ ਤੇ ਹਰ ਥਾਂ ਮੌਜੂਦ ਹੈ, ਫਿਰ ਜੰਗਲਾਂ ਵਿੱਚ ਵਿਚਰਨ ਦਾ ਫਾਇਦਾ ਕੀ ਆਇਆ? ਰੱਬ ਵਾਸਤੇ ਜਾਣਾ ਸੀ ਨਾ ਬਾਹਰ, ਤੇ ਰੱਬ ਤੇ ਘਰ ਵਿੱਚ ਵੀ ਮੌਜੂਦ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ ਵਸੀ ਰੱਬ ਹੀ ਆਲੀਏ, ਜੰਗਲ ਕਿਆ ਟੂੰਡੇ। ਕਿ ਭਲੇ ਪੁਰਸ਼ਾ ਜੰਗਲਾਂ ਵਿੱਚ ਵਿਚਰ ਰਿਹਾ ਹੈ, ਜੰਗਲਾਂ ਵਿੱਚ ਕੀ ਫਿਰਦਾ ਫਿਰਦਾ ਹੈ? ਇੱਥੇ ਜੰਗਲਾਂ ਦੇ ਕੰਡੇ ਮੋੜਦਾ ਫਿਰਦਾ ਹੈ, ਜੰਗਲਾਂ ਦੇ ਕੰਡੇ ਚੁਬਾਉਂਦਾ ਫਿਰਦਾ ਹੈ ਪੈਰਾਂ ਵਿੱਚ। ਰੱਬ ਤੇ ਤੇਰੇ ਹਿਰਦੇ ਵਿੱਚ ਹੈ, ਰੱਬ ਤੇ ਘਰ ਵਿੱਚ ਵੀ ਹੈ, ਰੱਬ ਤੇ ਹਰ ਥਾਂ ਤੇ ਹੈ। ਰੱਬੀ ਗੁਣ ਤਾਂ ਤੇਰੇ ਅੰਦਰ ਮੌਜੂਦ ਨੇ, ਰੱਬੀ ਗੁਣ ਤਾਂ ਸੰਸਾਰ ਦੇ ਕਿਸੇ ਵੀ ਕੋਨੇ ਤੇ ਰਹਿ ਕੇ ਤੂੰ ਧਾਰਨ ਕਰ ਸਕਦਾ ਹੈ। ਪਰ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਜੋਗੀ ਦੇ ਘਰ ਵਿੱਚ ਜਾ ਕੇ ਜੁਗਤ ਪੁੱਛ ਕੇ ਕੰਨਾਂ ਵਿੱਚ ਮੁੰਦਰਾ ਪਾ ਕੇ ਸੰਸਾਰ ਦੇ ਅੰਦਰ ਬੰਦਾ ਭਟਕਦਾ ਰਹਿੰਦਾ ਹੈ, ਪਰ ਗੁਰੂ ਜੀ ਕਹਿ ਰਹੇ ਨੇ ਰੱਬ ਤਾਂ ਹਰ ਥਾਂ ਦੇ ਉੱਤੇ ਮੌਜੂਦ ਹੈ। ਹੁਣ ਅਗਲਾ ਬਚਨ ਕਰ ਰਹੇ ਨੇ, ਸਾਰੇ ਜੀਵਾਂ ਲਈ ਜੇਤੇ ਜੀ ਤੇਤੇ ਵਾਟਾਊ, ਕਿ ਜਿੰਨੇ ਵੀ ਜਗਤ ਵਿੱਚ ਜੀਵ ਆਏ ਨੇ, ਵਾਟਾਊ ਦਾ ਮਤਲਬ ਵਾਟ ਵਾਲੇ, ਰਾਹੀ, ਮੁਸਾਫਰ, ਇਹ ਸਾਰੇ ਮੁਸਾਫਰ ਨੇ। ਤੇ ਮੁਸਾਫਿਰ ਦਾ ਮਤਲਬ ਹੁੰਦਾ ਹੈ ਕਿ ਬੰਦਾ ਆਉਂਦਾ ਹੈ ਔਰ ਚਲਾ ਜਾਂਦਾ ਹੈ। ਜਿਵੇਂ ਪ੍ਰਾਹੁਣਾ ਹੈ ਨਾ, ਸਾਡੇ ਘਰ ਕੋਈ ਮਹਿਮਾਨ ਆਉਂਦਾ ਹੈ, ਮਹਿਮਾਨ ਆਉਂਦਾ ਹੈ, ਇੱਕ ਦਾ ਦਿਨ ਰਹਿੰਦਾ ਹੈ ਤੇ ਉਹ ਚਲਾ ਜਾਂਦਾ ਹੈ। ਇਸ ਸੰਸਾਰ ਦੇ ਅੰਦਰ ਜਿੰਨੇ ਵੀ ਇਸਤਰੀਆਂ ਪੁਰਸ਼ ਨੇ, ਜਿੰਨੇ ਵੀ ਧਰਮਾਂ ਮਜ਼ਹਬਾਂ ਨੂੰ ਮੰਨਣ ਵਾਲੇ ਲੋਕ ਨੇ, ਸਾਰੇ ਇੱਕ ਮਹਿਮਾਨ ਦੀ ਤਰ੍ਹਾਂ ਨੇ, ਮੁਸਾਫਿਰ ਨੇ। ਇਹ ਸੰਸਾਰ ਕਿਸੇ ਦਾ ਪੱਕਾ ਟਿਕਾਣਾ ਨਹੀਂ ਹੈ, ਭਾਵ ਇੱਥੇ ਜੋ ਜ਼ਿੰਦਗੀ ਹੈ ਉਹ ਸदैवी ਨਹੀਂ ਹੈ। ਆਖਿਰ ਇੱਕ ਨਾ ਇੱਕ ਦਿਨ ਹਰ ਇੱਕ ਨੇ ਹੀ ਮਰ ਜਾਣਾ ਹੈ, ਕੋਈ 4 ਦਿਨ ਪਹਿਲਾਂ, ਕੋਈ 4 ਦਿਨ ਬਾਅਦ। ਮਹਿਮਾਨ 1-2 ਦਿਨ ਵਾਸਤੇ ਆਉਂਦਾ ਹੈ, ਤੇ ਅਸੀਂ ਇੱਥੇ 50 60 ਸਾਲ 70 ਸਾਲ 80 ਸਾਲ, ਕੋਈ 100 ਸਾਲ, ਕੋਈ ਹੋਰ 10-20 ਸਾਲ ਜ਼ਿਆਦਾ। ਤੇ ਜੇ ਕੋਈ 200-400 500 ਸਾਲ ਵੀ ਜੀ ਲਵੇ, ਹਜ਼ਾਰਾਂ ਸਾਲ ਵੀ ਜੀ ਲੈ, ਮਰਨਾ ਫਿਰ ਵੀ ਪੈਣਾ। ਜੇ 100 ਵਰਿਆਂ ਜੀਵਣਾ ਵੀ ਤਨ ਹੋ ਸਿੱਖੇ। ਜਿੰਨੇ ਵੀ ਇਸ ਸੰਸਾਰ ਦੇ ਉੱਤੇ ਆਉਂਦੇ ਨੇ ਉਹ ਮੁਸਾਫਿਰ ਨੇ। ਚੀਰੀ ਆਈ ਢਿਲ ਨਾ ਕਾਊ, ਚੀਰੀ ਦਾ ਮਤਲਬ ਚਿੱਠੀ, ਸੱਦਾ, ਮੌਤ। ਜਦੋਂ ਮੌਤ ਆਉਂਦੀ ਹੈ ਤਾਂ ਫਿਰ ਕਿਸੇ ਨੂੰ ਢਿੱਲ ਨਹੀਂ ਲੱਗਦੀ, ਬੰਦਾ ਪਲ ਵਿੱਚ ਹੀ ਮਰ ਜਾਂਦਾ। ਅਸੀਂ ਕਹਿੰਦੇ ਆ ਵੀ ਫਲਾਂ ਬੰਦਾ, ਯਾਰ ਹਾਲੇ ਤੇ ਹੁਣੇ ਰੋਟੀ ਖਾ ਕੇ ਗਿਆ ਹੈ, ਏਡੀ ਛੇਤੀ, ਹੁਣੇ ਤੇ ਚੰਗਾ ਭਲਾ ਸੀ, ਮਰਨ ਲੱਗਿਆ ਕਿੰਨੀ ਕੁ ਦੇਰ ਆਉਣ ਲੱਗਦੀ ਹੈ, ਸਾਹ ਆਉਣਾ ਬੰਦ ਹੋਇਆ, ਬੰਦਾ ਮਰ ਗਿਆ। ਹਾਰਟ ਪ੍ਰੋਬਲਮ ਹੋ ਗਈ, ਦਿਲ ਧੜਕਣੋਂ ਬੰਦ ਹੋ ਗਿਆ, ਬੰਦਾ ਮਰ ਗਿਆ, ਇੱਕ ਪਾਲੀ ਤੇ ਲੱਗ। ਤਾਂ ਗੁਰੂ ਜੀ ਕਹਿੰਦੇ ਨੇ ਮੌਤ ਆਉਣ ਦੀ ਦੇਰ ਨਹੀਂ ਲੱਗਦੀ, ਹਰ ਇਨਸਾਨ ਨੂੰ ਇਹ ਸੰਸਾਰ ਛੱਡਣਾ ਪੈਂਦਾ ਹੈ। ਇਸ ਲਈ ਸਾਨੂੰ ਇੱਥੇ ਮੌਤ ਤੋਂ ਡਰਾਇਆ ਨਹੀਂ ਜਾ ਰਿਹਾ, ਸਾਨੂੰ ਇਹ ਸਮਝਾਇਆ ਜਾ ਰਿਹਾ ਹੈ ਮਨੁੱਖ ਮਾਤਰ ਨੂੰ ਕਿ ਜਦੋਂ ਇਸ ਸੰਸਾਰ ਤੇ ਰਹਿਣਾ ਨਹੀਂ, ਮਰ ਹੀ ਜਾਣਾ ਹੈ,
ਤਾਂ ਫਿਰ ਇਸ ਸੰਸਾਰ ਵਿੱਚ ਜਿੰਨੀ ਕਿ ਜ਼ਿੰਦਗੀ ਮਿਲੀ ਹੈ, ਇਸ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀ ਲਓ। ਜਿੰਨੇ ਵੀ ਆ ਪਿੱਛੇ ਕਰਮਕਾਂਡ ਗਿਣੇ ਨੇ, ਨਾ ਕਰਮਕਾਂਡਾਂ ਦੇ ਵਿੱਚ ਨਾ ਪਵੋ, ਆਪਣਾ ਸਮਾਂ ਇਹਨਾਂ ਕਰਮਕਾਂਡਾਂ ਦੇ ਵਿੱਚ ਵਿਅਰਥ ਨਾ ਗਵਾਓ, ਸਗੋਂ ਸੱਚੀ ਸੁੱਚੀ ਜ਼ਿੰਦਗੀ ਜੀਵੋ, ਸੱਚ ਨੂੰ ਆਧਾਰ ਬਣਾਓ, ਸੱਚ ਨੂੰ ਆਧਾਰ ਬਣਾ ਕੇ ਆਪਣੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰੋ, ਪਿਆਰ ਮੁਹੱਬਤ ਦੇ ਨਾਲ ਰਹੋ, ਇਮਾਨਦਾਰੀ ਦੇ ਨਾਲ ਜ਼ਿੰਦਗੀ ਜੀਵੋ, ਸਵਾਰਥ ਆਦਿਕ ਤੋਂ ਉੱਤੇ ਉੱਠੋ। ਤਾਂ ਗੁਰੂ ਜੀ ਕਹਿੰਦੇ ਨੇ, ਇੱਥੇ ਜਾਣੈ ਸੋ ਜਾਏ ਸਿਆਣੈ। ਇੱਥੇ ਜਾਣੇ ਦਾ ਮਤਲਬ ਇੱਥੇ, ਜਿਹੜਾ ਇੱਥੇ ਜਾਣਦਾ ਹੈ, ਭਾਵ ਜਿੱਥੇ ਹੁਣ ਅਸੀਂ ਬੈਠੇ ਹਾਂ ਵਰਤਮਾਨ ਦੇ ਅੰਦਰ, ਜਿਹੜਾ ਵਰਤਮਾਨ ਦੇ ਅੰਦਰ ਪ੍ਰਭੂ ਨੂੰ ਜਾਣ ਲੈਂਦਾ ਹੈ, ਸੋ ਜਾਏ ਸਿਆਣੇ, ਉਹ ਅੱਗੇ ਜਾ ਕੇ ਵੀ ਪਛਾਣ ਲਏਗਾ, ਵਰਤਮਾਨ ਦੇ ਵਿੱਚ ਵੀ ਉਹਨੇ ਪਛਾਣ ਲਿਆ, ਭਵਿੱਖ ਦੇ ਵਿੱਚ ਵੀ ਉਹ ਮਿਲਿਆ ਰਹੇਗਾ। ਤੇ ਜਿਹੜੇ ਕਰਮ ਕਰਕੇ ਬੰਦੇ ਨੇ ਵਰਤਮਾਨ ਗਵਾਇਆ ਹੈ, ਜੇ ਉਹੀ ਕਰਮ ਕਰੇਗਾ ਤੇ ਉਹਦਾ ਫਿਊਚਰ ਵੀ ਗਵਾਚੇਗਾ। ਮੰਨ ਲਓ ਸਪੋਜ਼ ਸ਼ਬਦ ਕਹਿ ਰਿਹਾ, ਇਹ ਚੀਜ਼ ਨੂੰ ਨਾਲ ਲੈ ਕੇ ਸਮਝਣਾ। ਸਪੋਜ਼ ਕਿ ਮੈਂ 62 ਸਾਲ ਮੇਰੀ ਹੁਣ ਜ਼ਿੰਦਗੀ ਹੋ ਗਈ ਤੇ 62 ਸਾਲ ਮੈਂ ਭੁੱਲ ਕਰਦਾ ਰਿਹਾ, ਕੋਈ ਵੀ ਭੁੱਲ ਧਰਮ ਦੇ ਨਾਮ ਤੇ, ਜਾਣ ਬੁੱਝ ਕੇ ਜਾਂ ਅਣਜਾਣ ਪੁਣੇ ਵਿੱਚ, ਕਿ ਮੈਂ ਅੰਦਰੋਂ ਹੋਰ ਸਾਂ ਬਾਹਰੋਂ ਹੋਰ ਸਾਂ। 62 ਸਾਲ ਮੈਂ ਜ਼ਿੰਦਗੀ ਐਵੇਂ ਜੀਵੀ, ਤੇ ਜੇ ਮੈਂ ਐਵੇਂ ਹੀ ਜ਼ਿੰਦਗੀ ਅਗਲੀ ਜੀਵਾਂਗਾ ਤਾਂ ਕੀ ਮੈਂ ਰੱਬ ਨੂੰ ਪਾ ਲਵਾਂਗਾ? ਰਿਜ਼ਲਟ ਤਾਂ ਮੇਰਾ ਉਹੀ ਨਿਕਲੇਗਾ ਜੋ ਮੈਂ ਹੁਣ ਤੱਕ ਕੀਤਾ ਹੈ। ਜੇ ਅੱਗੇ ਵੀ ਉਹੀ ਕਰਾਂਗਾ ਤਾਂ ਰਿਜ਼ਲਟ ਉਹੀ ਨਿਕਲੇਗਾ ਜੋ ਹੁਣ ਤੱਕ ਨਿਕਲਿਆ ਹੈ। ਰਿਜ਼ਲਟ ਬਦਲੇਗਾ ਨਹੀਂ, ਨਤੀਜਾ ਬਦਲੇਗਾ ਨਹੀਂ। ਤੇ ਸਪੋਜ਼ ਕਿ ਜੋ ਮੈਂ 62 ਸਾਲ ਦੀ ਜ਼ਿੰਦਗੀ ਜੀਵੀ ਹੈ, ਇਹ ਮੈਂ ਅੰਦਰੋਂ ਬਾਹਰੋਂ ਇੱਕ ਹੋ ਕੇ ਜੀਵੀ ਹੈ, ਇਮਾਨਦਾਰੀ ਨਾਲ ਜੀਵੀ ਹੈ। ਤੇ ਜੇ ਮੈਂ ਅਗਲੀ ਜ਼ਿੰਦਗੀ ਇਮਾਨਦਾਰੀ ਨਾਲ ਜੀਵਾਂਗਾ ਤਾਂ ਉਹਦਾ ਰਿਜ਼ਲਟ ਚੰਗਾ ਨਿਕਲੇਗਾ, ਹੁਣ ਤੱਕ ਵੀ ਚੰਗਾ ਨਿਕਲਿਆ, ਅੱਗੇ ਵੀ ਚੰਗਾ ਨਿਕਲੇਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਇੱਥੇ ਜਾਣੇ, ਜੋ ਵਰਤਮਾਨ ਦੇ ਅੰਦਰ ਜਾਣਦਾ ਹੈ, ਉਹ ਅੱਗੇ ਫਿਊਚਰ ਦੇ ਅੰਦਰ ਵੀ ਪ੍ਰਭੂ ਨੂੰ ਸਿਆਣ ਲੈਂਦਾ ਔਰ ਪ੍ਰਭੂ ਦੇ ਦਰ ਦੇ ਉੱਤੇ ਥਾਂ ਪਾਈ ਰੱਖਦਾ ਹੈ। ਉਹਦੀ ਜਿਹੜੀ ਪ੍ਰਭੂ ਦੇ ਨਾਲ ਜਾਣ ਪਹਿਚਾਨ ਬਣੀ ਰਹਿੰਦੀ ਹੈ। ਉਹ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ। ਜੋ ਅੰਦਰ ਜਾਣ ਲੈਂਦਾ ਹੈ, ਉਹ ਬਾਹਰ ਵੀ ਪ੍ਰਭੂ ਨੂੰ ਸਿਆਣਦਾ ਹੈ। ਜੇ ਮੈਂ ਆਪਣੇ ਅੰਦਰ ਪ੍ਰਭੂ ਨੂੰ ਵੇਖ ਲਵਾਂ, ਜੇ ਮੈਂ ਆਪਣੇ ਅੰਦਰ ਰੱਬੀ ਗੁਣਾਂ ਦੀ ਪਹਿਚਾਨ ਕਰ ਲਵਾਂ, ਜੇ ਮੈਂ ਆਪਣੇ ਅੰਦਰਲੇ ਰੱਬੀ ਗੁਣਾਂ ਨੂੰ ਪ੍ਰਗਟ ਕਰਾਂ, ਤਾਂ ਮੈਨੂੰ ਬਾਕੀ ਦੇ ਲੋਕਾਂ ਦੇ ਵਿੱਚ ਵੀ ਉਹ ਰੱਬੀ ਗੁਣ ਨਜ਼ਰ ਹੀ ਪੈਣਗੇ। ਮੈਨੂੰ ਸਮਝ ਆ ਜਾਏਗੀ ਕਿ ਦੂਜਿਆਂ ਦੇ ਵਿੱਚ ਵੀ ਉਹ ਰੱਬੀ ਗੁਣ ਮੌਜੂਦ ਨੇ। ਮੈਨੂੰ ਦੂਜਿਆਂ ਦੇ ਵਿੱਚ ਵੀ ਪ੍ਰਭੂ ਨਜ਼ਰ ਆਏਗਾ ਔਰ ਮੈਂ ਦੂਜਿਆਂ ਦੇ ਨਾਲ ਵੀ ਰੱਬ ਵਰਗਾ ਪਿਆਰ ਵਿਹਾਰ ਕਰਾਂਗਾ। ਔਰ ਜੇ ਕੋਈ ਭੁੱਲਾ ਭਟਕਿਆ ਵੀ ਹੋਏਗਾ ਤਾਂ ਫਿਰ ਵੀ ਮੈਨੂੰ ਘੱਟ ਤੋਂ ਘੱਟ ਇਹ ਸਮਝ ਤਾਂ ਹੋਏਗੀ ਨਾ ਕਿ ਦੇਖੋ, ਬੰਦਾ ਭੁੱਲਿਆ ਹੋਇਆ ਹੈ ਕਿ ਇਹਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਇਹ ਬੰਦਾ ਰੱਬ ਵਰਗਾ ਹੋ ਸਕਦਾ ਹੈ, ਤੇ ਕਿਵੇਂ ਆਪਣੇ ਜੀਵਨ ਨੂੰ ਵਿਅਰਥ ਗਵਾ ਰਿਹਾ ਹੈ, ਦੂਜਿਆਂ ਦੇ ਵਿੱਚ ਵੀ ਉਹ ਵੇਖ ਸਕੇਗਾ, ਉਹਨੂੰ ਸੰਭਾਵਨਾ ਹੋ ਜਾਏਗੀ। ਹੋਰ ਫੱਕੜ ਹਿੰਦੂ ਮੁਸਲਮਾਨ ਹੈ। ਤੇ ਗੁਰੂ ਜੀ ਕਹਿੰਦੇ ਨੇ, ਜੇ ਇਹ ਉਦਮ ਨਹੀਂ ਕੀਤਾ, ਜੇ ਇਹ ਉਦਮ ਨਹੀਂ ਕੀਤਾ ਕਿ ਅੰਦਰੋਂ ਬਾਹਰੋਂ ਬੰਦਾ ਇੱਕ ਨਹੀਂ ਹੋਇਆ, ਜੇ ਇਮਾਨਦਾਰੀ ਦੇ ਨਾਲ ਜ਼ਿੰਦਗੀ ਨਹੀਂ ਜੀਵੀ, ਇਨਸਾਨੀਅਤ ਵਾਲੀ ਜ਼ਿੰਦਗੀ ਨਹੀਂ ਜੀਵੀ, ਜੋ ਮਨ ਬਚਨ ਕਰਮ ਕਰਕੇ ਸ਼ੁਭ ਗੁਣਾਂ ਦਾ ਧਾਰਨੀ ਨਹੀਂ ਹੋਇਆ, ਤੇ ਫੱਕੜ ਦਾ ਮਤਲਬ ਹੈ ਫੋਕਾ ਦਾਵਾ, ਫੋਕਟ ਕਰਮ। ਤਾਂ ਫਿਰ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਸਭ ਫੋਕੇ ਦਾਵੇ ਨੇ। ਚਾਹੇ ਕੋਈ ਹਿੰਦੂ ਹੈ ਜਾਂ ਮੁਸਲਮਾਨ ਹੈ, ਜਾਂ ਫਿਰ ਸਿੱਖ ਹੈ ਜਾਂ ਕੋਈ ਹੋਰ ਹੈ, ਕਿਉਂਕਿ ਇੱਥੇ ਸਾਰਿਆਂ ਦੀ ਗੱਲ ਆ ਜਾਏਗੀ। ਤਾਂ ਚਾਹੇ ਕੋਈ ਹਿੰਦੂ ਹੈ ਜਾਂ ਮੁਸਲਮਾਨ ਜਾਂ ਕੋਈ ਹੋਰ ਧਰਮ ਮਜ਼ਹਬ ਨੂੰ ਮੰਨਣ ਵਾਲਾ ਹੈ, ਫਿਰ ਸਾਰੇ ਦਾਅਵੇ ਫੋਕੇ ਨੇ। ਗੱਲ ਇਕੱਲੇ ਹਿੰਦੂ ਮੁਸਲਮਾਨਾਂ ਦੀ ਨਹੀਂ ਹੈ, ਗੱਲ ਈਸਾਈਆਂ ਦੀ ਵੀ ਹੈ, ਗੱਲ ਸਿੱਖਾਂ ਦੀ ਵੀ ਹੈ, ਗੱਲ ਹੋਰ ਲੋਕਾਂ ਦੀ ਵੀ। ਜਿਹੜਾ ਵੀ ਇਨਸਾਨ ਕਿਸੇ ਵੀ ਧਰਮ ਮਜ਼ਹਬ ਨੂੰ ਮੰਨਣ ਵਾਲਾ ਹੈ, ਜੇ ਉਹ ਅੰਦਰੋਂ ਬਾਹਰੋਂ ਇੱਕ ਨਹੀਂ, ਜੇ ਉਹਦੇ ਅੰਦਰ ਇਨਸਾਨੀਅਤ ਨਹੀਂ, ਆਚਰਨ ਉੱਚਾ ਨਹੀਂ, ਮਨ ਬਚਨ ਕਰਮ ਕਰਕੇ ਗੁਣਾਂ ਦਾ ਧਾਰਨੀ ਨਹੀਂ, ਤੇ ਉਹ ਆਪਣੇ ਆਪ ਨੂੰ ਧਾਰਮਿਕ ਹੋਣ ਦਾ ਦਾਅਵਾ ਕਰਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਉਹ ਦਾਅਵੇ ਸਾਰੇ ਫੱਕੜ ਨੇ, ਝੂਠੇ ਨੇ, ਬੇਕਾਰ ਦੇ ਦਾਅਵੇ ਨੇ, ਸਭ ਫੋਕਾ ਵਿਖਾਵਾ ਹੈ। ਔਰ ਆਪ ਵੇਖੋਗੇ ਕਿ ਇਸ ਦੁਨੀਆ ਦੇ ਅੰਦਰ ਜੋ ਦਾਅਵੇ ਨੇ, ਝੂਠੇ ਦਾਅਵੇ, ਉਹ ਕਰੀਬ 95, 96 ਜਾਂ 98% ਤੱਕ ਨੇ। ਅੰਦਰੋਂ ਬਾਹਰੋਂ ਜੋ ਸੱਚੇ ਲੋਕ ਨੇ ਉਹ ਹੈ ਨੇ, ਲੇਕਿਨ ਵਿਰਲੇ ਨੇ, ਹੈਨ ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ। ਤਾਂ ਇਹ ਉਹਨਾਂ ਲੋਕਾਂ ਦੀ ਗੱਲ ਹੋ ਰਹੀ ਹੈ ਜਿਹੜੇ ਲੋਕ ਫੋਕੇ ਦਾਅਵੇ ਕਰ ਰਹੇ ਨੇ, ਅੰਦਰੋਂ ਇੱਕ ਨਹੀਂ, ਬਾਹਰੋਂ ਇੱਕ ਨਹੀਂ, ਅੰਦਰ ਸੱਚਾਈ ਨਹੀਂ,
ਉਹਨਾਂ ਲੋਕਾਂ ਦੀ ਗੱਲ ਹੈ ਕਿ ਜੇਕਰ ਸੱਚ ਨੂੰ ਛੱਡ ਦਿੱਤਾ ਜਾਏ ਤਾਂ ਫਿਰ ਬਾਕੀ ਦੇ ਸਾਰੇ ਦਾਅਵੇ ਝੂਠੇ ਨੇ, ਚਾਹੇ ਫਿਰ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਜਾਂ ਕੋਈ ਹੋਰ ਧਰਮ ਨੂੰ ਮੰਨਣ ਵਾਲਾ ਹੈ। ਸਭਨਾ ਕਾ ਦਰ ਲੇਖਾ ਹੋਏ, चाहे हिंदू मुसलमान सिख ईसाई जैनी बौद्धी पारसी कोई भी है, इस्त्री पुरुष बच्ची बच्चा जवान कोई भी है, रब्बी दर ते सारियां दा ही लेखा हुंदा है, सारियां दा लेखा हुंदा है और वो लेखा नाल दे नाल हो रहा है। इस बारे आपां काफी विचार कई बार कर चुके हैं कि जो रब्बी कुदरत दे नेम ने, इन्हां नेमां दे अंदर हर इंसान दा लेखा होई जांदा है और नाल दे नाल जिहड़ा फल है ਉਹ ਬੰਦੇ ਨੂੰ ਫਲ ਜਿਹੜਾ ਹੈ ਉਹ ਮਿਲ ਹੀ ਜਾਂਦਾ ਹੈ ਔਰ ਉਹਦੇ ਤੋਂ ਬਚ ਕੋਈ ਨਹੀਂ ਸਕਦਾ। ਤੇ ਇਹਦੀ ਨਿੱਕੀ ਜੀ ਮਿਸਾਲ ਮੈਂ ਆਮ ਦੂਜੇ ਚੌਥੇ ਦਿਨ ਆਪ ਨੂੰ ਦੇ ਰਿਹਾ ਹਾਂ, ਜਿਸ ਕਰਕੇ ਇਹ ਗੱਲਾਂ ਸਾਨੂੰ ਸਮਝ ਆ ਜਾਣ, ਕਿਉਂਕਿ ਬਾਰ-ਬਾਰ ਜਦੋਂ ਲੇਖੇ ਦੀ ਗੱਲ ਆ ਰਹੀ ਹੈ ਤਾਂ ਇਹ ਚੀਜ਼ ਸਾਨੂੰ ਬਾਰ-ਬਾਰ ਸਮਝਣੀ ਪਵੇਗੀ। ਇਹ ਭੁਲੇਖਾ ਨਾ ਰਹਿ ਜਾਏ ਕਿ ਮਰਨ ਤੋਂ ਬਾਅਦ ਲੇਖਾ ਹੋਣਾ ਹੈ, ਲੇਖਾ ਇੱਥੇ ਹੀ ਹੋ ਰਿਹਾ ਹੈ ਔਰ ਨਾਲ ਦੇ ਨਾਲ ਫਲ ਮਿਲ ਜਾਂਦਾ ਹੈ। देखो असीं गुरबाणी दी विचार हुण कर रहे हैं क्लास दे विच, बेशक असीं ऑनलाइन हाँ, एक दूजे दे सामने बैठे हाँ, तां किन्ना शांत वातावरण है ना, किन्ना शांत माहौल है, किन्नी खुशी है, असीं ध्यान दे नाल प्यार दे नाल सुन रहे हैं। ते सपोज किसी वीर भैन नूं वेख के मेरे मन दे अंदर जैलसी पैदा हो जाए, ईरखा पैदा हो जाए, तां हुण मेरे अंदर ईरखा पैदा हुई ਤਾਂ ਨਾਲ ਦੇ ਨਾਲ ਸਿਸਟਮ ਨੇ, ਕੁਦਰਤੀ ਨੇਮ ਨੇ ਲੇਖਾ ਕਰ ਦਿੱਤਾ ਕਿ ਹੁਣ ਇਹਦੇ ਅੰਦਰ ਪ੍ਰੇਮ ਨਹੀਂ, ਅੰਦਰ ਈਰਖਾ ਪੈਦਾ ਹੋ ਗਈ। ਈਰਖਾ ਪੈਦਾ ਹੁੰਦਿਆਂ ਹੀ ਮੇਰੇ ਅੰਦਰ ਦੀ ਸ਼ਾਂਤੀ ਨਾਲ ਦੇ ਨਾਲ ਖਤਮ ਹੋ ਜਾਣੀ। ਹੁਣ ਅੰਦਰ ਈਰਖਾ ਦੀ ਅੱਗ ਬਲ ਰਹੀ, ਲੇਖਾ ਹੋ ਗਿਆ ਨਾ ਨਾਲ ਦੇ ਨਾਲ। ਜਦੋਂ ਮੈਂ ਨੈਗੇਟਿਵ ਸੋਚਦਾ ਹਾਂ ਤਾਂ ਮੇਰੇ ਸਬਕੌਂਸ਼ੀਅਸ ਮਾਈਂਡ ਦੇ ਅੰਦਰ ਨੈਗੇਟਿਵਿਟੀ ਚਲੀ ਜਾਂਦੀ ਹੈ, मेरे अंदर नैगेटिव सोचण करके नैगेटिव न्यूरोनल पैटर्न बन जाता है, लेखा हो गया ना। ते जे मैं प्रेम दे नाल बैठा हाँ और मेरे अंदर सच्चाई है तो मेरे अंदर शांति है, क्योंकि उस सिस्टम ने लेखा करता नाल दे नाल। इस सिस्टम तो बच नहीं सकता कोई भी। एक बच्चा स्कूल विच जांदा है, चंगी मेहनत करता है तो नाल दे नाल लेखा होई जा रहा है, उहदा दिमाग डिवेलप हो रहा है, वो आउण वाले टाइम दे अंदर चंगे नंबर लैके पास होएगा। ਤੇ ਜੇ ਕੋਈ ਬੱਚਾ ਸਕੂਲ ਵਿੱਚ ਜਾਂਦਾ ਹੈ ਪਰ ਕੰਮ ਨਹੀਂ ਕਰਦਾ, ਗੈਰ ਹਾਜ਼ਰੀਆਂ ਕਰਦਾ ਹੈ, ਹੋਮਵਰਕ ਨਹੀਂ ਕਰਦਾ, ਤਾਂ ਸਿਸਟਮ ਲੇਖਾ ਕਰੀ ਜਾਂਦਾ, ਉਹ ਬੱਚਾ ਕਮਜ਼ੋਰ ਹੋਈ ਜਾਂਦਾ, ਅੱਗੇ ਜਾ ਕੇ ਫੇਲ ਹੋ ਜਾਂਦਾ ਹੈ। ਪਤੀ ਪਤਨੀ ਨੇ ਬੜੇ ਪਿਆਰ ਦੇ ਨਾਲ, ਇਮਾਨਦਾਰੀ ਦੇ ਨਾਲ ਰਹਿੰਦੇ ਨੇ ਤਾਂ ਸਿਸਟਮ ਨਾਲ ਦੇ ਨਾਲ ਲੇਖਾ ਕਰੀ ਜਾਂਦਾ, ਉਹਨਾਂ ਦਾ ਪਿਆਰ ਬਣਿਆ ਰਹਿੰਦਾ, ਖੁਸ਼ੀ ਬਣੀ ਰਹਿੰਦੀ ਹੈ। ਪਰ ਜੇ ਇੱਕ ਦੂਜੇ ਦੇ ਨਾਲ ਧੋਖਾ ਕਰਦੇ ਨੇ ਜਾਂ ਵਾਦ ਵਿਵਾਦ ਕਰਦੇ ਨੇ ਤੇ ਨਾਲ ਦੇ ਨਾਲ ਲੇਖਾ ਹੋ ਜਾਂਦਾ, ਘਰ ਦੇ ਵਿੱਚ ਕਲੇਸ਼ ਰਹੀ ਜਾਂਦਾ, ਅੰਦਰ ਇੱਕ ਦੂਜੇ ਵਾਸਤੇ ਵਿਸ਼ਵਾਸ ਨਹੀਂ ਰਹਿੰਦਾ। ਤਾਂ ਸਾਰਿਆਂ ਦਾ ਲੇਖਾ ਹੋ ਰਿਹਾ ਹੈ, ਲੇਖੇ ਤੋਂ ਬਿਨਾ ਕੋਈ ਨਹੀਂ ਬਚ ਸਕਦਾ, ਸਿਸਟਮ ਤੋਂ ਬਚ ਨਹੀਂ ਸਕਦਾ ਕੋਈ ਵੀ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਇਹ ਸਿਸਟਮ ਤੋਂ ਬਾਹਰ ਕੋਈ ਨਹੀਂ ਹੈ। ਇਸੇ ਨੂੰ ਕਹਿੰਦੇ ਨੇ ਸਭਨਾ ਕਾ ਦਰ ਲੇਖਾ ਹੋਏ, ਰੱਬੀ ਦਰ ਤੇ ਸਾਰਿਆਂ ਦਾ ਲੇਖਾ ਹੋ ਰਿਹਾ ਹੈ। ਕਰਨੀ ਬਾਝੋਂ ਤਰੈ ਨਾ ਕੋਏ, ਕਰਨੀ ਦਾ ਮਤਲਬ ਨੇਕ ਅਮਲ, ਸ਼ੁਭ ਆਚਰਣ। ਤਰੇ ਨਾ ਕੋਈ ਦਾ ਮਤਲਬ ਕੋਈ ਵੀ ਵਿਕਾਰਾਂ ਤੋਂ ਪਾਰ ਨਹੀਂ ਲੰਘਿਆ, ਕਦੇ ਕਿਸੇ ਨੂੰ ਮੁਕਤੀ ਨਹੀਂ ਮਿਲੀ, ਕਦੇ ਕਿਸੇ ਨੂੰ ਆਤਮਿਕ ਜੀਵਨ ਨਹੀਂ ਮਿਲਿਆ। ਇਹ ਲੇਖਾ ਹੈ, ਇਹ ਪੈਮਾਨਾ ਹੈ ਕਿ ਸ਼ੁਭ ਅਮਲਾਂ ਤੋਂ ਬਿਨਾ ਕਿਸੇ ਦਾ ਵੀ ਪਾਰ ਉਤਾਰਾ ਨਹੀਂ ਹੋਇਆ। ਜੇ ਹੋਇਆ ਤੇ ਦੱਸੋ। ਜਿਹੜਾ ਬੰਦਾ ਈਰਖਾ, ਦਵੇਸ਼, ਵੈਰ, ਵਿਰੋਧ ਕਮਾ ਰਿਹਾ ਹੈ, 2 ਨੰਬਰ ਦੇ ਧੰਦੇ ਕਰ ਰਿਹਾ ਹੈ, ਪਾਪ ਕਮਾ ਰਿਹਾ ਹੈ, ਕੀ ਉਹ ਕੋਈ ਰੱਬ ਦੇ ਨਾਲ ਮਿਲਿਆ ਬੰਦਾ? ਅੱਜ ਤੱਕ ਇੱਕ ਵੀ ਮਿਲਿਆ ਹੋਏ? ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋ ਕੇ ਬੰਦਾ ਕਦੇ ਵਿਕਾਰਾਂ ਦੇ ਸਾਗਰ ਤੋਂ ਪਾਰ ਹੋਇਆ ਹੋਏ, ਇੱਕ ਵੀ ਹੋਇਆ ਹੋਏ? ਸਵਾਲ ਹੀ ਪੈਦਾ ਨਹੀਂ ਹੁੰਦਾ। ਤਾਂ ਗੁਰੂ ਜੀ ਕਹਿੰਦੇ ਨੇ ਸ਼ੁਭ ਅਮਲਾਂ ਤੋਂ ਬਿਨਾ, ਸ਼ੁਭ ਕਰਨੀ ਤੋਂ ਬਿਨਾ ਕੋਈ ਵੀ ਵਿਕਾਰਾਂ ਦੇ ਸਾਗਰ ਚੋਂ ਪਾਰ ਨਹੀਂ ਉਤਰਦਾ, ਕਿਸੇ ਦੀ ਵੀ ਸੋਚ ਪਵਿੱਤਰ ਨਹੀਂ ਹੁੰਦੀ। बेशक हिंदू मुसलमान सिख ईसाई कोई भी होवे, तरह ना कोई भी, चाहे कोई बाबा है, कोई गृहस्थी है, कोई सन्यासी त्यागी है, कोई अमीर है, कोई गरीब है, राजनीतिक है, धार्मिक या आर्थिक समाजिक दुनिया में जी रहा है, स्त्री है, पुरुष है, बच्ची बच्चा जवान है, कोई भी है, शुभ करनी तो बिना, शुभ सोच तो बिना कदे भी कोई चिंतावां दे सागर चों, विकारां दे सागर चों पार नहीं होया। इसलिए
ਬਾਹਰੀ ਵਿਖਾਵਿਆਂ ਦੇ ਨਾਲ, ਕੇਵਲ ਧਾਰਮਿਕ ਪਹਿਨਾਵੇ ਪਹਿਨਣ ਦੇ ਨਾਲ, ਫਿਰਕਾ ਪ੍ਰਸਤੀ ਦੇ ਨਾਲ, ਅੰਦਰੋਂ ਹੋਰ ਤੇ ਬਾਹਰੋਂ ਹੋਰ ਤਰ੍ਹਾਂ ਦੀ ਜ਼ਿੰਦਗੀ ਜੀਣ ਦੇ ਨਾਲ ਕਦੇ ਵੀ ਕਿਸੇ ਦਾ ਪਾਰ ਉਤਾਰਾ ਨਹੀਂ ਹੁੰਦਾ। ਔਰ ਇਹ ਲੇਖਾ ਸਾਰਿਆਂ ਦਾ ਹੋ ਰਿਹਾ ਹੈ ਔਰ ਉਸ ਦਾ ਰਿਜ਼ਲਟ ਸਾਡੇ ਸਾਹਮਣੇ ਹੈ। ਲੇਖੇ ਦਾ ਰਿਜ਼ਲਟ ਸਾਡੇ ਸਾਹਮਣੇ ਹੈ। ਕਿਤਨੇ ਧਰਮ ਨੇ ਇਸ ਦੁਨੀਆ ਵਿੱਚ, ਕਿੰਨੇ ਧਰਮਾਂ ਦਾ ਪ੍ਰਚਾਰ ਹੈ, ਲੇਕਿਨ ਆ ਤੁਸੀਂ ਵੇਖ ਲਓ ਦੁਨੀਆ ਦੇ ਵਿੱਚ ਵਰਤਾਵ ਕੈਸਾ ਹੋ ਰਿਹਾ ਹੈ। ਪਰਿਵਾਰ ਟੁੱਟ ਰਹੇ ਨੇ, ਸਮਾਜ ਬਿਖਰ ਰਿਹਾ ਹੈ, ਮਿੱਤਰਤਾ ਵਿੱਚ ਦਰਾਰਾਂ ਪੈ ਰਹੀਆਂ ਨੇ, ਪਤੀ ਪਤਨੀ ਦੇ ਤਲਾਕ ਹੋ ਰਹੇ ਨੇ, ਆਪਸ ਦੇ ਵਿੱਚ ਦੂਰੀਆਂ ਵੱਧ ਰਹੀਆਂ ਨੇ। ਸਾਹਮਣੇ ਹੈ ਲੇਖਾ ਤੇ ਸਾਡੇ ਸਾਹਮਣੇ। ਔਰ ਐਸਾ ਕਿਉਂ ਹੈ? ਉਹਦਾ ਸਿੱਧਾ ਜਿਹਾ ਕਾਰਨ ਹੈ ਕਿ ਅੰਦਰੋਂ ਬਾਹਰੋਂ ਬੰਦਾ ਇੱਕ ਨਹੀਂ ਹੈ। ਸੱਚੋ ਸੱਚ ਵਖਾਣੇ ਕੋਈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਮਨੁੱਖ ਇਸ ਜਨਮ ਵਿੱਚ ਸਿਰਫ ਸੱਚ ਹੀ ਸੱਚ ਬੋਲਦਾ ਹੈ, ਸੱਚੋ ਸੱਚ ਵਖਾਣੇ ਕੋਈ, ਜੋ ਸਚਿਆਰਾਂ ਦੇ ਜੋ ਸੱਚ ਹੀ ਸੱਚ ਬੋਲਦਾ ਹੈ, ਨਾਨਕ ਆਗੇ ਪੁੱਛ ਨਾ ਹੋਏ, ਉਹਦੇ ਤੋਂ ਫਿਰ ਅੱਗੇ ਲੇਖਾ ਨਹੀਂ ਪੁੱਛਿਆ ਜਾਂਦਾ, ਉਹਦਾ ਲੇਖਾ ਜੋਖਾ ਮੁੱਕ ਜਾਂਦਾ ਹੈ। ਸੱਚੋ ਸੱਚ ਵਖਾਣੇ ਕੋਈ, ਜੋ ਕੇਵਲ ਸੱਚ ਬੋਲਦਾ ਹੈ, ਸੱਚ ਸੁਣਦਾ ਹੈ, ਸੱਚ ਕਮਾਉਂਦਾ ਹੈ, ਸੱਚ ਦਾ ਸੰਗ੍ਰਹਿਣ ਕਰਦਾ ਹੈ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਨਾਲ ਜੁੜਿਆ ਹੈ, ਜੋ ਸਚਿਆਰ ਹੈ, ਜਿਸ ਦੀ ਭਾਵਨਾ ਸੱਚੀ ਹੈ, ਯਾਨੀ ਜੋ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਰੱਬੀ ਗੁਣਾ ਮੁਤਾਬਕ ਜ਼ਿੰਦਗੀ ਜੀਂਦਾ ਹੈ। ਨਾਨਕ ਅੱਗੇ ਪੁੱਛ ਨਾ ਹੋਏ, ਉਹਦੀ ਅੱਗੇ ਪੁੱਛ ਨਹੀਂ ਹੁੰਦੀ, ਯਾਨੀ ਉਹ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਵਿਕਾਰਾਂ ਦੇ ਅੰਦਰ ਗਰਕ ਨਹੀਂ ਹੁੰਦਾ, ਉਹਦਾ ਲੇਖਾ ਜੋਖਾ ਮੁੱਕ ਜਾਂਦਾ ਹੈ। ਹੁਣ ਜੋ ਸੱਚੀ ਭਾਵਨਾ ਦੇ ਨਾਲ ਸੱਚੀ ਜ਼ਿੰਦਗੀ ਜੀ ਰਿਹਾ ਹੈ, ਉਹਦਾ ਕੀ ਲੇਖਾ ਜੋਖਾ? ਹੁਣ ਜਿੱਥੇ ਮਰਜ਼ੀ ਪਰਖ ਲਓ, ਉਹ ਪੂਰਾ ਉਤਰੇਗਾ। ਜੇ ਉਹ ਕਿਤੇ ਫੇਲ ਵੀ ਹੋਇਆ ਹੈ ਤਾਂ ਜੇ ਉਹ ਸੱਚ ਦਾ ਧਾਰਨੀ ਹੈ ਤਾਂ ਆਪਣੀ ਗਲਤੀ ਮਨਜ਼ੂਰ ਕਰੇਗਾ, ਉਹ ਕਿਸੇ ਤੇ ਦੋਸ਼ ਨਹੀਂ ਦੇਵੇਗਾ। ਉਹਨੂੰ ਪਤਾ ਹੋਏਗਾ ਸੱਚਾਈ ਦਾ ਕਿ ਮੇਰੀ ਇਹ ਕਮੀ ਸੀ ਤਾਂ ਮੈਂ ਫੇਲ ਹੋਇਆ। ਤਾਂ ਜੇਕਰ ਇਸ ਲੇਖੇ ਜੋਖੇ ਤੋਂ ਬਚਣਾ ਹੈ, ਵਿਕਾਰਾਂ ਪਾਪਾਂ ਅਪਰਾਧਾਂ ਤੋਂ, ਤਾਂ ਉਹਦੇ ਵਾਸਤੇ ਇੱਕੋ ਹੀ ਗੱਲ ਹੈ, ਸੱਚ ਦੇ ਨਾਲ ਜੁੜਨਾ, ਸਚਿਆਰ ਹੋਣਾ। ਜੋ ਗੁਰੂ ਜੀ ਨੇ ਬਾਣੀ ਦੇ ਵਿੱਚ ਪਹਿਲੀਆਂ ਤੁਕਾਂ ਵਿੱਚ ਸਾਨੂੰ ਦੱਸਿਆ ਹੈ ਕਿ ਉਹ ਸਚਿਆਰਾ ਹੋਈ ਹੈ, ਸਚਿਆਰ ਬਣਨਾ ਹੈ। ਤੇ ਜੇ ਬੰਦਾ ਸਚਿਆਰ ਨਹੀਂ ਹੈ ਤਾਂ ਦੇਖੋ ਕਿੰਨੇ ਫਿਰਕੇ ਗਿਣੇ ਨੇ, ਕਿੰਨੇ ਧਰਮ ਗਿਣੇ ਨੇ, ਕਿੰਨੇ ਧਰਮਾਂ ਦੇ ਲੋਕਾਂ ਦਾ ਨਾਮ ਲਿਆ ਹੈ ਕਿ ਜੇਕਰ ਬੰਦਾ ਧਰਮੀ ਹੈ, ਭਾਵੇਂ ਉਹ ਕਿਸੇ ਵੀ ਧਰਮ ਮਜ਼ਹਬ ਨੂੰ ਮੰਨਣ ਵਾਲਾ ਹੈ, ਪਰ ਜੇ ਉਹਦੇ ਅੰਦਰ ਸੱਚ ਨਹੀਂ, ਜੇ ਉਹ ਸਚਿਆਰ ਨਹੀਂ ਹੈ, ਤਾਂ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੈ। ਬਾਹਰੀ ਵਿਖਾਵੇ ਦੇ ਨਾਲ ਕਦੇ ਵੀ ਪ੍ਰਵਾਨ ਨਹੀਂ ਹੁੰਦਾ। ਪਰ ਬਦਕਿਸਮਤੀ ਦੇ ਨਾਲ ਕਹਿਣਾ ਪੈਂਦਾ ਹੈ ਕਿ ਜੋ ਬਹੁਗਿਣਤੀ ਲੋਕਾਂ ਦੀ ਹੈ, ਉਹਨਾਂ ਨੇ ਸਿਰਫ ਬਾਹਰੀ ਪਹਿਨਾਵੇ ਨੂੰ, ਬਾਹਰੀ ਵਿਖਾਵੇ ਨੂੰ ਪ੍ਰਧਾਨਤਾ ਦਿੱਤੀ ਹੋਈ ਹੈ, ਅੰਦਰ ਦੇ ਬਦਲਣ ਨੂੰ ਨਹੀਂ। ਪੌੜੀ ਹਰ ਕਾ ਮੰਦਰ ਆਖੀਏ ਕਾਇਆ ਕੋਟ ਗੜ। ਗੜ ਦਾ ਮਤਲਬ ਕਿਲਾ। ਸਰੀਰ ਕਾਇਆ ਨੂੰ ਹਰੀ ਦੇ ਰਹਿਣ ਵਾਲਾ ਘਰ ਆਖਣਾ ਚਾਹੀਦਾ, ਸਗੋਂ ਕਿਲਾ ਆਖਣਾ ਚਾਹੀਦਾ। ਕਿਲਾ ਆਖੀ ਦਾ ਮਤਲਬ ਆਖਣਾ ਚਾਹੀਦਾ। ਇਸ ਸਰੀਰ ਨੂੰ ਪ੍ਰਭੂ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲਾ ਆਖਣਾ ਚਾਹੀਦਾ ਹੈ ਕਿ ਇਹ ਸਰੀਰ ਜਿਹੜਾ ਹੈ ਇਹ ਰੱਬ ਦੇ ਰਹਿਣ ਦਾ ਕਿਲਾ ਹੈ, ਘਰ ਹੈ, ਮਜ਼ਬੂਤ ਅਸਥਾਨ ਹੈ, ਯਾਨੀ ਸੋਹਣਾ ਅਸਥਾਨ ਹੈ, ਰੱਬ ਦੇ ਰਹਿਣ ਦਾ ਘਰ ਹੈ। ਕਿਲਾ ਕਹਿ ਲਓ, ਘਰ ਕਹਿ ਲਓ, ਗੜ ਕਹਿ ਲਓ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਜਿਹੜਾ ਹਰ ਕਾ ਮੰਦਰ ਆਖੀ ਹੈ, ਇਹ ਸਰੀਰ ਨੂੰ ਪ੍ਰਭੂ ਦੇ ਰਹਿਣ ਲਈ ਸੋਹਣਾ ਮੰਦਰ ਆਖਣਾ ਚਾਹੀਦਾ ਹੈ, ਕਿਲਾ ਆਖਣਾ ਚਾਹੀਦਾ ਹੈ, ਘਰ ਆਖਣਾ ਚਾਹੀਦਾ ਹੈ। ਮਤਲਬ ਕਿ ਸਰੀਰ ਰੱਬ ਦੇ ਰਹਿਣ ਦਾ ਥਾਂ ਹੈ। ਰੱਬ ਬਾਹਰ ਨਹੀਂ ਹੈ, ਰੱਬ ਤੁਹਾਡੇ ਸਾਰਿਆਂ ਦੇ ਅੰਦਰ ਹੈ, ਮੇਰੇ ਅੰਦਰ ਹੈ, ਤੁਹਾਡੇ ਅੰਦਰ ਹੈ, ਤੇ ਹੈ ਗੁਣਾਂ ਦੇ ਰੂਪ ਵਿੱਚ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਇੱਕ ਹੀ ਪਰਮ ਸੱਤਿਆ ਹੈ ਜਿਸ ਕਰਕੇ ਸਾਰਾ ਸੰਸਾਰ ਚੱਲ ਰਿਹਾ ਹੈ। ਔਰ ਹਰ ਇਨਸਾਨ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ ਮੌਜੂਦ ਨੇ। ਹਰ ਇੱਕ ਦੇ ਅੰਦਰ ਇਨਸਾਨੀਅਤ ਮੌਜੂਦ ਹੈ। ਇੱਕ ਵੀ ਬੰਦਾ ਨਹੀਂ ਜਿਹਦੇ ਵਿੱਚ ਨਾ ਹੋਵੇ। ਹਾਂ, ਇਹ ਗੱਲ ਵੱਖਰੀ ਹੈ ਕਿ ਉਹਨਾਂ ਨੂੰ ਅੰਦਰੋਂ ਕੋਈ ਪਛਾਣਦਾ ਹੈ, ਇਹਨਾਂ ਗੁਣਾਂ ਤੇ ਅਮਲ ਕਰਦਾ ਹੈ ਜਾਂ ਨਹੀਂ ਕਰਦਾ, ਇਹ ਤਾਂ ਅਗਲੀ ਗੱਲ ਹੈ। ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ। ਜਵੇਹਰੀ ਦਾ ਮਤਲਬ ਜਵਾਹਰਾਤ, ਹੀਰੇ। ਗੁਰਮੁਖ ਹਰ ਨਾਮ ਪੜ, ਪੜ ਦਾ ਮਤਲਬ ਪੜਨਾ, ਜਾਣਨਾ, ਸਮਝਣਾ।
ਜੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਨਾਮ ਪੜ੍ਹਦਾ ਮਤਲਬ ਰੱਬ ਦੇ ਹੁਕਮ ਨੂੰ ਸਮਝੋਗੇ, ਪੜੋਗੇ, ਜਾਣੋਗੇ, ਤਾਂ ਅੰਦਰ ਲਾਲ ਜਵੇਹਰੀ ਦਾ ਮਤਲਬ ਤੁਹਾਡੇ ਅੰਦਰ ਹੀ ਲਾਲ ਨੇ, ਜਵਾਹਰਾਤ ਨੇ, ਤੁਹਾਨੂੰ ਅੰਦਰੋਂ ਮਿਲ ਜਾਣਗੇ। ਜੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਨਾਮ ਪੜ੍ਹਦਾ ਮਤਲਬ ਰੱਬੀ ਸਿਫਤ ਸਲਾਹ ਕਰੋਗੇ, ਰੱਬੀ ਹੁਕਮ ਨੂੰ ਸਮਝੋਗੇ, ਤਾਂ ਅੰਦਰ ਲਾਲ ਜਵੇਹਰੀ, ਤੁਹਾਡੇ ਅੰਦਰ ਹੀ ਲਾਲ ਔਰ ਜਵੇਹਰ ਨੇ, ਉਹਨਾਂ ਦੇ ਖਜ਼ਾਨੇ ਤੁਸੀਂ ਪਾ ਲੋਗੇ। ਹੁਣ ਜੇ ਕਿਸੇ ਨੂੰ ਲਾਲ ਜਵੇਹਰਾਂ ਦੀ ਚਾਬੀ ਵੀ ਦੇ ਦਿੱਤੀ ਹੋਏ ਤੇ ਖਜ਼ਾਨਾ ਵੀ ਦੱਸਦੀ ਕਿ ਇਹ ਸਾਹਮਣੇ ਖਜ਼ਾਨਾ ਹੈ, ਇਹ ਫੜ ਲਾਲ ਜਵਾਹਰਾਂ ਦੀ ਚਾਬੀ, ਇੱਥੇ ਸੋਨਾ ਚਾਂਦੀ ਹੀਰੇ ਜਵਾਹਰਾਤ ਵਾਧੂ ਨੇ, ਇਹ ਤੂੰ ਖਰਚ ਖਾ, ਇਹ ਸਾਰਾ ਖਜ਼ਾਨਾ ਤੇਰਾ ਹੋਇਆ। ਕਿਸੇ ਕੋਲ ਚਾਬੀ ਵੀ ਹੋਵੇ ਲਾਲ ਜਵਾਹਰਾਤਾਂ ਦੀ, ਖਜ਼ਾਨਾ ਉਹਨੂੰ ਸੌਂਪ ਦਿੱਤਾ ਜਾਏ, ਦੱਸ ਦਿੱਤਾ ਜਾਏ ਕਿ ਇਹ ਖਜ਼ਾਨਾ ਹੈ, ਇਹ ਚਾਬੀ ਹੈ, ਐਵੇਂ ਇਹ ਜੰਦਰੇ ਨੂੰ ਖੋਲ ਕੇ ਤੇ ਵਰਤ, ਤੇ ਬੰਦਾ ਖਜ਼ਾਨੇ ਦੀ ਚਾਬੀ ਜੇਬ ਵਿੱਚ ਪਾ ਕੇ ਤੇ ਭਿਖਾਰੀਆਂ ਦੀ ਤਰ੍ਹਾਂ ਦਰ-ਦਰ ਤੇ ਮੰਗਦਾ ਫਿਰੇ, ਫਿਰ ਇਹ ਤਾਂ ਉਸ ਬੰਦੇ ਦੀ ਬਦਕਿਸਮਤੀ ਹੈ ਨਾ। ਹੁਣ ਗੁਰੂ ਜੀ ਸਾਨੂੰ ਬਾਣੀ ਰਾਹੀਂ ਰੋਜ਼ ਸਮਝਾ ਰਹੇ ਨੇ ਕਿ ਪਿਆਰਿਓ, ਤੁਹਾਡੇ ਅੰਦਰ ਸ਼ੁਭ ਗੁਣ ਮੌਜੂਦ ਨੇ, ਉਹਨਾਂ ਨੂੰ ਯੂਜ਼ ਕਰੋ, ਗਿਆਨ ਦੀ ਵਰਤੋਂ ਕਰੋ, ਮਨ ਬਚਨ ਕਰਮ ਕਰਕੇ ਸੱਚੇ ਹੋਵੋ, ਤੇ ਸੁੱਖਾਂ ਦੇ ਖਜ਼ਾਨੇ ਤੁਹਾਡੇ ਅੰਦਰ ਭਰੇ ਪਏ ਨੇ, ਉਹਨਾਂ ਨੂੰ ਮਾਣੋ, ਉਹਨਾਂ ਨੂੰ ਵਰਤੋ। ਤੇ ਜੇ ਬੰਦਾ ਫਿਰ ਵੀ ਕਹੇ ਨਾ ਮੈਂ ਤਾਂ ਅੰਦਰਲੇ ਗੁਣਾਂ ਨੂੰ ਨਹੀਂ ਵਰਤਣਾ, ਮੈਂ ਤੇ ਦਸਮ ਦੁਆਰ ਵਿੱਚ ਪ੍ਰਾਣ ਚੜਾਣੇ ਨੇ, ਉਥੋਂ ਕੱਢਣਾ ਮੈਂ ਕੁਛ ਨਾ ਕੁਛ, ਤਾਂ ਫਿਰ ਇਹਦੇ ਵਿੱਚ ਹੁਣ ਗੁਰੂ ਦਾ ਕੀ ਗੁਨਾਹ ਹੈ? ਗੁਰੂ ਦੱਸੇ ਕਿ ਸੱਜਣਾ ਤੇਰੇ ਅੰਦਰ ਸ਼ੁਭ ਗੁਣ ਨੇ, ਉਹਨਾਂ ਨੂੰ ਡਾਇਰੈਕਟ ਵਰਤ, ਅੰਦਰਲੀ ਸੋਚ ਨੂੰ ਪਵਿੱਤਰ ਕਰ। ਤੇ ਬੰਦਾ ਕਵੇ ਕਿ ਨਾ ਨਾ ਗੁਰੂ ਜੀ ਤੁਹਾਨੂੰ ਨਹੀਂ ਪਤਾ, ਮੈਂ ਤਾਂ ਤੀਰਥਾਂ ਤੇ ਨਹਾ ਕੇ ਦੇ ਟੁੱਬੀਆਂ ਤੇ ਟੁੱਬੀਆਂ ਲਾ ਲਾ ਕੇ ਤੇ ਮੈਂ ਰੱਬ ਨੂੰ ਥੱਲੇ ਲਾ ਲੈਣਾ, ਤਾਂ ਇਹਦੇ ਵਿੱਚ ਹੁਣ ਗੁਰੂ ਦਾ ਦੋਸ਼ ਤੇ ਨਹੀਂ ਨਾ ਹੈ। ਗੁਰੂ ਜੀ ਕਹਿਣ ਵੀ ਬਾਣੀ ਪੜ੍ਹ ਕੇ ਉੱਤੇ ਅਮਲ ਕਰ, ਤੇ ਬੰਦਾ ਕਹੇ ਨਾ ਮੈਂ ਤੇ ਪੜ੍ਹ ਕੇ ਹੀ ਪਾਰ ਉਤਾਰਾ ਕਰ ਲੈਣਾ। ਗੁਰੂ ਜੀ ਕਹਿੰਦੇ ਰਹਿਣ ਫਿਰ ਪੜ੍ਹ ਗੱਡੀ ਲੱਦੀਆਂ, ਪੜ੍ਹ ਭਰੀਆਂ ਸਾਹ, ਲੋੜ ਹੈ ਨਾ। ਤਾਂ ਅੰਦਰ ਲਾਲ ਜਵੇਹਰੀ, ਗੁਰਮੁਖ ਹਰਨਾਮ ਪੜ। ਗੁਰੂ ਜੀ ਕਹਿੰਦੇ ਨੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਜੇ ਨਾਮ ਯਾਨੀ ਰੱਬੀ ਹੁਕਮ ਨੂੰ ਸਮਝੋਗੇ, ਰੱਬੀ ਸਿਫਤ ਸਲਾਹ ਕਰੋਗੇ, ਤਾਂ ਤੁਹਾਡੇ ਅੰਦਰ ਹੀ ਗੁਣਾਂ ਦੇ ਖਜ਼ਾਨੇ ਨੇ, ਲਾਲ ਜਵੇਹਰ ਨੇ, ਕੀਮਤੀ ਗੁਣ ਨੇ। ਹਰ ਕਾ ਮੰਦਰ ਸ਼ਰੀਰ ਅਤ ਸੋਹਣਾ, ਹਰ ਹਰ ਨਾਮ ਦਿੜ, ਦਿੜ ਦਾ ਮਤਲਬ ਪੱਕਾ ਕਰ, ਹਰ ਹਰ ਨਾਮ ਦਾ ਮਤਲਬ ਰੱਬੀ ਸਿਫਤ ਸਲਾਹ, ਰੱਬੀ ਹੁਕਮ, ਦ੍ਰਿੜ ਦਾ ਮਤਲਬ ਦ੍ਰਿੜ ਕਰ। ਜੇ ਤੂੰ ਇਹ ਦ੍ਰਿੜਤਾ ਕਰ ਲਵੇਂ ਰੱਬੀ ਹੁਕਮ ਵਿੱਚ ਤੁਰਨ ਦੀ, ਰੱਬੀ ਗੁਣਾਂ ਨੂੰ ਦ੍ਰਿੜ ਕਰ ਲਵੇਂ, ਤਾਂ ਇਹ ਜੋ ਸ਼ਰੀਰ ਹੈ ਇਹ ਬੜਾ ਸੋਹਣਾ ਹੋ ਸਕਦਾ ਹੈ। ਹਰ ਕਾ ਮੰਦਰ ਸ਼ਰੀਰ ਅਤ ਸੋਹਣਾ ਹੈ, ਬੜਾ ਸੋਹਣਾ ਹੈ, ਇਹ ਬੜਾ ਸੁੰਦਰ ਹੈ, ਬੜਾ ਕੀਮਤੀ ਹੈ। ਔਰ ਇਹ ਸ਼ਰੀਰ, ਇਹ ਤੇਰਾ ਜੀਵਨ ਬੜਾ ਸੋਹਣਾ, ਬੜਾ ਕੀਮਤੀ ਹੋ ਸਕਦਾ ਹੈ, ਪੋਸਿਬਿਲਿਟੀ ਹੈ। ਕਿਵੇਂ ਹੋਏਗਾ? ਹਰ ਹਰ ਨਾਮ ਦ੍ਰਿੜ, ਜੇ ਤੂੰ ਰੱਬੀ ਗੁਣਾਂ ਨੂੰ ਦ੍ਰਿੜ ਕਰ ਲਵੇਂ, ਜੇ ਤੂੰ ਰੱਬੀ ਗੁਣਾਂ ਦਾ ਧਾਰ ਨਹੀਂ ਹੋ ਜਾਏ। ਨਾਮ ਦਾ ਮਤਲਬ ਰੱਬੀ ਹੁਕਮ ਦੇ ਅੰਦਰ ਜੇ ਤੂੰ ਜ਼ਿੰਦਗੀ ਜੀਵੇਂ, ਰੱਬੀ ਗੁਣਾਂ ਦਾ ਤੂੰ ਧਾਰ ਨਹੀਂ ਹੋਵੇਂ, ਤਾਂ ਤੇਰਾ ਇਹ ਹਰੀ ਦਾ ਮੰਦਰ ਜਿਹੜਾ ਸ਼ਰੀਰ ਹੈ ਬੜਾ ਸੋਹਣਾ ਹੈ, ਬੜਾ ਕੀਮਤੀ ਹੈ, ਬੜਾ ਕੀਮਤੀ ਹੋ ਸਕਦਾ ਹੈ। ਦੇਖੋ ਕਿੰਨਾ ਸੌਖਾ ਸਾਧਨ ਗੁਰੂ ਜੀ ਮਨੁੱਖ ਮਾਤਰ ਨੂੰ ਸਮਝਾ ਰਹੇ ਨੇ ਕਿ ਇਹ ਸ਼ਰੀਰ ਕਿੰਨਾ ਕੀਮਤੀ, ਕਿੰਨਾ ਸੁੰਦਰ, ਇਹ ਜੀਵਨ ਕਿੰਨਾ ਸੋਹਣਾ ਹੋ ਸਕਦਾ ਹੈ ਜੇ ਸਿਰਫ ਬੰਦਾ ਗੁਣਾਂ ਦਾ ਧਾਰ ਨਹੀਂ ਹੋ ਜਾਏ। ਮਨਮੁਖ ਆਪ ਖੁਆਇਨ, ਮਾਇਆ ਮੋਹ ਨਿਤ ਕੜ। ਇੱਥੇ ਕੜ ਦਾ ਮਤਲਬ ਹੈ ਕਾੜਾ, ਇਹ ਝੋਰਾ, ਚਿੰਤਾ। ਖੁਆਇਨ ਦਾ ਮਤਲਬ ਖੁੰਝਾਏ ਨੇ। ਮਨਮੁਖ ਆਪ ਖੁਆਇਨ, ਮਾਇਆ ਮੋਹ ਨਿਤ ਕੜ। ਜੋ ਮਨ ਦੇ ਪਿੱਛੇ ਤੁਰਨ ਵਾਲੇ ਨੇ ਨਾ, ਉਹਨਾਂ ਨੇ ਆਪਣੇ ਆਪ ਨੂੰ ਖੁਆਰ ਕੀਤਾ ਹੋਇਆ ਹੈ। ਮਾਇਆ ਮੋਹ ਨਿਤ ਕੜ, ਉਹ ਮਾਇਆ ਦੇ ਮੋਹ ਦੇ ਅੰਦਰ ਹਮੇਸ਼ਾ ਦੁਖੀ ਹੋ ਰਹੇ ਨੇ, ਕੜ ਰਹੇ ਨੇ, ਝੁਰ ਰਹੇ ਨੇ, ਚਿੰਤਾ ਫਿਕਰ ਦੇ ਵਿੱਚ ਪਏ ਹੋਏ ਨੇ। ਉਹ ਜੀਵਨ ਦੇ ਅਸਲ ਮਾਰਗ ਤੋਂ ਖੁੰਝੇ ਹੋਏ ਨੇ, ਉਹਨਾਂ ਨੇ ਆਪਣੇ ਆਪ ਨੂੰ ਖੁੰਝਾ ਲਿਆ ਹੈ। ਉਹਨਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿਤ ਨਿਤ ਦੁਖੀ ਕਰਦਾ ਹੈ। ਕੌਣ? ਜੋ ਮਨਮੁਖ ਹੈ। ਮਨਮੁਖ ਦਾ ਮਤਲਬ ਜੋ ਆਪ ਹੁਦਰਾ ਹੈ। ਆਪ ਹੁਦਰੇ ਦਾ ਮਤਲਬ ਜੋ ਰੱਬੀ ਰਜਾ ਭਾਣੇ ਵਿੱਚ ਨਹੀਂ ਤੁਰਦਾ, ਜਿਸ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਨਹੀਂ ਅਪਣਾਇਆ, ਉਹਨੇ ਆਪਣੇ ਆਪ ਨੂੰ ਖੁੰਝਾ ਲਿਆ ਹੈ ਜੀਵਨ ਦੇ ਅਸਲ ਰਾਸਤੇ ਤੋਂ। ਹੁਣ ਬੰਦੇ ਨੇ ਆਪ ਖੁੰਝਾਇਆ ਹੋਇਆ ਹੈ, ਬੰਦਾ ਆਪ ਖੁੰਝਿਆ ਹੋਇਆ ਹੈ। ਗੁਰਬਾਣੀ ਨੂੰ ਪੜ੍ਹਦਾ, ਸੁਣਦਾ, ਸਮਝਦਾ ਵੀ ਜੇ ਬੰਦਾ ਅਮਲ ਨਾ ਕਰੇ ਤਾਂ ਜਾਣ ਬੁੱਝ ਕੇ ਖੁੰਝਿਆ ਹੋਇਆ ਨਾ।
ਆਮ ਆਦਮੀ ਇਸ ਚੀਜ਼ ਨੂੰ ਸਮਝਦਾ ਹੈ ਕਿ ਸੱਚ ਬੋਲਣਾ ਚਾਹੀਦਾ ਹੈ, ਪਿਆਰ ਨਾਲ ਰਹਿਣਾ ਚਾਹੀਦਾ ਹੈ, ਹਰ ਬੰਦਾ ਇਹ ਗੱਲ ਕਹਿ ਰਿਹਾ ਹੈ, ਲੇਕਿਨ ਇਹਨਾਂ ਚੀਜ਼ਾਂ ਤੇ ਅਮਲ ਨਹੀਂ ਕਰ ਰਿਹਾ। ਬੰਦੇ ਨੂੰ ਪਤਾ ਹੈ ਕਿ ਮੈਂ ਝੂਠ ਬੋਲ ਰਿਹਾ, ਸੱਚ ਦਾ ਵੀ ਉਹਨੂੰ ਪਤਾ ਹੈ, ਪਰ ਬੰਦਾ ਸੱਚ ਨਹੀਂ ਬੋਲ ਰਿਹਾ, ਜਾਣ ਬੁੱਝ ਕੇ ਫਿਰ ਖੁੰਝਾ ਰਿਹਾ ਨਾ ਆਪਣੇ ਆਪ। ਤਾਂ ਗੁਰੂ ਜੀ ਕਹਿੰਦੇ ਨੇ ਜੋ ਆਪ ਹੁਦਰੇ ਮਨੁੱਖ ਨੇ, ਉਹਨਾਂ ਨੇ ਆਪਣਾ ਆਪ ਖੁਆਰ ਕੀਤਾ ਹੈ, ਖੁੰਝਾਇਆ ਹੈ ਆਪਣੇ ਆਪ ਨੂੰ, ਕਿਉਂਕਿ ਉਹਨਾਂ ਨੂੰ ਮਾਇਆ ਦਾ ਜੋ ਮੋਹ ਹੈ ਉਹ ਨਿਤ ਹੀ ਚੋਰਾ ਉਹਨਾਂ ਨੂੰ ਦੁਖੀ ਕਰ ਰਿਹਾ ਹੈ। ਤੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਮਾਇਆ ਨੂੰ ਆਪ ਚੰਗੀ ਤਰ੍ਹਾਂ ਸਮਝਦੇ ਹੋ, ਉਹ ਸੋਚ ਜੋ ਸਾਨੂੰ ਪ੍ਰਭੂ ਨਾਲੋਂ ਤੋੜਦੀ ਹੈ, ਰੱਬੀ ਗੁਣਾਂ ਨਾਲੋਂ ਤੋੜਦੀ ਹੈ, ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਸਭਨਾ ਸਾਹਿਬ ਏਕ ਹੈ, ਪੂਰੇ ਭਾਗ ਪਾਇਆ ਜਾਈ। ਸਭਨਾ ਸਾਹਿਬ ਏਕ ਹੈ, ਜੋ ਸ਼ਲੋਕ ਦੇ ਵਿੱਚ ਸਾਰੇ ਗਿਣੇ ਨੇ ਨਾ, ਚਾਹੇ ਉਹ ਜੋਗੀ ਹੈ, ਜੰਗਮ ਹੈ, ਮੁੱਲਾ ਹੈ, ਕਾਜ਼ੀ ਹੈ, ਹਿੰਦੂ ਹੈ ਜਾਂ ਸਿੱਖ ਹੈ ਜਾਂ ਕੋਈ ਹੋਰ ਕਿਸੇ ਵੀ ਧਰਮ ਮਜ਼ਹਬ ਨੂੰ ਮੰਨਣ ਵਾਲਾ ਇਸਤਰੀ ਪੁਰਸ਼ ਕੋਈ ਵੀ ਹੈ, ਜਿਹੜੇ ਵੀ ਵਿਕਾਰੀ ਨੇ, ਪਾਪੀ ਨੇ, ਅਪਰਾਧੀ ਨੇ, ਚੰਗੇ ਨੇ, ਭਲੇ ਨੇ, ਬੁਰੇ ਨੇ, ਸਾਰਿਆਂ ਦਾ ਸਾਹਿਬ ਇੱਕੋ ਹੀ ਹੈ। ਸਾਹਿਬ ਇੱਕੋ ਹੀ ਹੈ, ਇੱਕ ਹੀ ਫੈਲਿਆ ਹੋਇਆ ਹੈ, ਇੱਕ ਹੀ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਪੂਰੇ ਭਾਗ ਪਾਇਆ ਜਾਈ, ਇੱਥੇ ਭਾਗ ਦਾ ਮਤਲਬ ਹੈ ਉਦਮ, ਪੂਰੇ ਉਦਮ ਦੇ ਨਾਲ ਮਿਲਦਾ ਹੈ। ਜੇ ਉਦਮ ਕਰਾਂਗੇ ਤੇ ਤਾਂ ਹੈ, ਤੇ ਜੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਦਾ ਕੋਈ ਉਦਮ ਹੀ ਨਾ ਕਰੇ, ਉਦਮ ਬੰਦਾ ਕਰ ਰਿਹਾ ਹੈ ਕ੍ਰੋਧ ਲਈ, ਲੋਭ ਲਈ, ਹੰਕਾਰ ਲਈ, ਈਰਖਾ ਦਵੇਸ਼ ਵਾਸਤੇ, ਇਹਨਾਂ ਕਰਮ ਕੰਡਾਂ ਵਾਸਤੇ ਬੰਦਾ ਉਦਮ ਕਰ ਰਿਹਾ ਹੈ ਨਾ, ਤੀਰਥਾਂ ਤੇ ਜਾਣ ਲਈ, ਦੂਜੇ ਪਾਸੇ ਕਿੰਨੇ ਉਦਮ ਕਰ ਰਿਹਾ ਹੈ। ਤੇ ਜੇ ਥੋੜਾ ਜਿਹਾ ਉਦਮ ਇਹ ਸੱਚ ਬੋਲਣ ਦਾ ਕਰ ਲਵੇ ਤਾਂ ਜ਼ਿੰਦਗੀ ਸਫਲ ਹੋ ਜਾਏਗੀ। ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੇ ਜਿਹੜਾ ਉਦਮ ਕਰਕੇ ਪ੍ਰਭੂ ਨੂੰ ਪਾ ਲਵੇਗਾ, ਫਿਰ ਉਹ ਵੱਡੇ ਭਾਗਾਂ ਵਾਲਾ ਹੋ ਜਾਏਗਾ। ਉਹਨੂੰ ਫਿਰ ਅਸੀਂ ਕਹਿੰਦੇ ਆ ਫਲਾਂ ਬੰਦਾ ਖੁਸ਼ਕਿਸਮਤ ਹੈ। ਇੱਕ ਬੱਚਾ ਰਾਤ ਦੇ 2-2 ਵਜੇ ਤੱਕ ਜਾਗਿਆ, ਰਾਤਾਂ ਨੂੰ ਸੁੱਤਾ ਨਹੀਂ, ਜਦੋਂ ਬਾਕੀ ਬੱਚੇ ਟੀਵੀ ਦੇਖਦੇ ਸਨ, ਫੇਸਬੁੱਕ, WhatsApp ਤੇ ਲੱਗੇ ਰਹਿੰਦੇ ਸਨ, ਉਦੋਂ ਬੱਚਾ ਰਾਤਾਂ ਨੂੰ ਜਾਗ ਜਾਗ ਕੇ ਪੜ੍ਹਦਾ ਸੀ ਤੇ ਉਹ ਡਾਕਟਰ ਬਣ ਗਿਆ। ਤੇ ਲੋਕਾਂ ਨੇ ਕਿਹਾ ਕਿਸਮਤ ਵਾਲਾ ਹੈ, ਇਹਦੀ ਕਿਸਮਤ ਬੜੀ ਚੰਗੀ। ਪਹਾੜ ਦੇ ਉੱਤੇ ਇੱਕ ਬੰਦਾ ਚੜਿਆ ਹੈ, ਚੋਟੀ ਦੇ ਉੱਤੇ, ਲੋਕ ਕਹਿੰਦੇ ਨੇ ਬਹੁਤ ਭਾਗਾਂ ਵਾਲਾ ਹੈ। ਉਹ ਚੋਟੀ ਤੇ ਚੜਿਆ ਦਿਸ ਰਿਹਾ ਹੈ, ਪਰ ਉਹਦੇ ਪੈਰਾਂ ਦੇ ਛਾਲੇ ਨਹੀਂ ਕਿਸੇ ਨੂੰ ਦਿਸਦੇ। ਉਹਦੇ ਪੈਰਾਂ ਵਿੱਚ ਛਾਲੇ ਨੇ, ਉਹਨੇ ਬੜੇ ਕੰਡੇ, ਬੜੇ ਪੱਥਰ ਆਪਣੇ ਪੈਰਾਂ ਵਿੱਚ ਛੁਬੋਏ ਨੇ, ਬਹੁਤ ਯਤਨ ਕੀਤਾ ਹੈ ਤਾਂ ਉੱਥੇ ਪਹੁੰਚਿਆ। ਲੋਕ ਕਹਿੰਦੇ ਭਾਗਾਂ ਵਾਲਾ ਹੈ। ਉਸਨੇ ਆਪਣੇ ਰਾਤਾਂ ਦੀ ਨੀਂਦ ਉਡਾਈ, ਉਸਨੇ ਮਿਹਨਤ ਕੀਤੀ, ਤੇ ਜਦੋਂ ਮੁਰਾਤਬੇ ਤੇ ਪਹੁੰਚਿਆ ਲੋਕਾਂ ਨੇ ਕਿਹਾ ਭਾਗਾਂ ਵਾਲਾ ਹੈ। ਇਸ ਲਈ ਜਿਹੜਾ ਉਦਮ ਕਰਦਾ ਹੈ ਔਰ ਉਦਮ ਕਰਕੇ ਕਿਸੇ ਚੀਜ਼ ਨੂੰ ਪਾ ਲੈਂਦਾ ਹੈ, ਲੋਕਾਂ ਦੀਆਂ ਨਜ਼ਰਾਂ ਵਿੱਚ ਭਾਗਾਂ ਵਾਲਾ ਬਣ ਜਾਂਦਾ ਹੈ, ਵੱਡਾ ਬਣ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ ਔਰ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ।